ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸੁਭਾਗੀ ਗੋਦ ਵਿੱਚ ਦੂਰੋਂ ਨੇੜਿਓਂ ਚੱਲ ਕਰਕੇ ਸ਼ਾਮ ਦੇ ਦੀਵਾਨਾਂ ਵਿੱਚ ਜੁੜ ਬੈਠੇ ਜਗਿਆਸੂ ਜਨ ਆਪ ਜੀ ਸਾਰੇ ਹੀ ਧਨਤਾ ਦੇ ਯੋਗ ਹੋ। ਜੋ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਕਥਾ ਨੂੰ ਬੜੇ ਹੀ ਪ੍ਰੇਮ ਦੇ ਵਿੱਚ ਭਿੱਜ ਕੇ ਸਰਵਣ ਕਰਦੇ ਹੋ। ਆਓ ਜਿੰਨਾ ਵੀ ਸਮਾਂ ਪ੍ਰਾਪਤ ਹੋ ਰਿਹਾ ਹੈ ਗੁਰੂ ਗਿਆਨ ਦੇ ਲੇਖੇ ਵਿੱਚ ਲਾਈਏ। ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਗਲਾਦੀਪ ਦੇ ਰਾਜੇ ਰਾਜੇ ਸ਼ਿਵਨਾਭ ਨੂੰ ਪਰਮ ਗਿਆਨ ਬਖਸ਼ਿਸ਼ ਕਰ ਰਹੇ ਨੇ, ਜਿਸ ਵਿੱਚੋਂ ਆਪ ਜੀ ਨੇ 10 ਯਮ ਤੇ 9 ਨੇਮ ਹੁਣ ਤੱਕ ਸਰਵਣ ਕੀਤੇ ਨੇ। ਇਹ ਉਹ ਕਥਾ ਹੈ ਜਿਸ ਨੂੰ ਸੁਣਿਆ ਤੋਂ ਧੁਰ ਕੀ ਬਾਣੀ ਦੇ ਅਰਥਾਂ ਦੀ ਸਮਝ ਬੜੀ ਸੌਖੀ ਪੈਂਦੀ ਹੈ। ਬੜਾ ਗੰਭੀਰ ਵਿਸ਼ਾ, ਜਿਸ ਵਿਸ਼ੇ ਤੋਂ ਅੱਜ ਦਾ ਹਰੇਕ ਸਿੱਖ ਭੱਜਿਆ ਫਿਰਦਾ, ਦੂਰ ਜਾਂਦਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਜੇ ਦੇ ਤਾਈਂ ਉਪਦੇਸ਼ ਬਖਸ਼ ਕੇ ਅੱਜ ਸਾਨੂੰ ਵੀ ਨਿਹਾਲ ਕੀਤਾ ਹੈ। ਇਹ ਹੈ ਆਤਮਿਕ ਕਥਾ। ਸੁਣਦਿਆਂ 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 ਐਸੀ ਗੁਰੂ ਕਿਰਪਾ ਹੁੰਦੀ ਹੈ, ਜੀਵਨ ਵਿੱਚ ਕਿਤੇ ਨਾ ਕਿਤੇ ਠਹਿਰਾਵ ਆ ਜਾਂਦਾ ਹੈ। 9 ਨੇਮ ਆਪ ਜੀ ਨੇ ਨਿਯਮ ਸਰਵਣ ਕੀਤੇ। ਆਓ ਅੱਜ ਵੀ ਜਿਵੇਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿੱਥੇ ਧਰਮਸ਼ਾਲਾ 'ਚ ਬਹਿ ਕੇ ਸਤਿਗੁਰ ਉਪਦੇਸ਼ ਦੇ ਰਹੇ ਨੇ, ਉੱਥੇ ਹਜ਼ਾਰਾਂ ਲੋਕ ਸਤਿਗੁਰਾਂ ਦੇ ਉਪਦੇਸ਼ ਨੂੰ ਹੱਥ ਜੋੜ ਨੇਤਰ ਭਰ ਭਰ ਕੇ ਸੁਣ ਸੁਣ ਕੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਆਓ ਪ੍ਰੇਮ ਦੀ ਸਾਂਝ ਪਾਈਏ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੱਖ ਸੁਦਾਤਰ ਕੀ ਮੁਖ ਪਾਵਨ ਬ੍ਰਹਮ ਹੋਮ ਏ ਭਲੋ ਸੁਹਾਵਨ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਰਠ ਕੇ ਰਾਜੇ ਸ਼ਿਵਨਾਭ ਨੂੰ ਅੰਦਰ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਅਸਲ ਦੇ ਵਿੱਚ ਇਹੀ ਉਹ ਉਪਦੇਸ਼ ਹੈ ਜਿਹਦੇ ਨਾਲ ਪਰਮੇਸ਼ਰ ਪਿਆਰਾ ਮਿਲਦਾ ਹੈ, ਜਿਹਨੂੰ ਸੁਣਿਆ ਵੀ ਅੰਦਰ ਆਨੰਦ ਬਣ ਜਾਂਦਾ ਹੈ, ਸ਼ਾਂਤੀ ਆ ਜਾਂਦੀ ਹੈ। ਸਾਹਿਬ ਜੀ ਆਖਦੇ ਆ, ਜੇ ਛਕਣਾ ਹੈ ਆਪਣੀ ਜ਼ਿੰਦਗੀ ਵਿੱਚ ਕੁਝ ਖਾਣਾ, ਇਹ ਤੇਰਾ 9ਵਾਂ ਨੇਮ ਹੈ, ਕਿਸੇ ਨੂੰ ਖਵਾ ਕੇ ਖਾਈ। ਗੁਰਮਤਿ ਵੀ ਇਹੀ ਕਹਿੰਦੀ ਹੈ, ਦਿਖਾ ਕੇ ਨਾ ਖਾਈ, ਖਵਾ ਕੇ ਖਾਈ। ਸਾਡੇ ਖਾਣ ਵਿੱਚ ਇਹ ਫਰਕ ਹੈ, ਅਸੀਂ ਦੱਸ ਕੇ ਤੇ ਦਿਖਾ ਕੇ ਖਾਂਦੇ ਹਾਂ। ਰੱਬ ਰਤੀਆਂ ਰੂਹਾਂ ਉਹ ਕਮਾ ਕੇ ਵਰਤਾ ਕੇ ਦੂਜੇ ਨੂੰ ਖਵਾ ਕੇ ਉਹ ਫੇਰ ਖਾਂਦੇ ਆ। ਸਤਿਗੁਰ ਕਹਿੰਦੇ ਵਾਹਿਗੁਰੂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਦੋਂ ਕਿਸੇ ਨੂੰ ਤੂੰ ਛਕਾਏਂਗਾ, ਮਤਲਬ ਤੂੰ ਫੁਲਕਾ ਬਣਾਉਣਾ, ਕੋਈ ਉਸ ਵੇਲੇ ਆ ਕੇ ਕਿਸੇ ਨੇ ਰੋਟੀ ਮੰਗੀ, ਮੱਥੇ ਵੱਟ ਨਹੀਂ ਪਾਏ, ਖੁਸ਼ੀ ਚੜ੍ਹ ਗਈ, ਸ਼ੁਕਰ ਹੈ ਕੋਈ ਤੇ ਆਇਆ, ਕਿਸੇ ਨੇ ਤੇ ਮੰਗਿਆ। ਅੱਜ ਦੁਨੀਆ ਸੜਕਾਂ ਤੇ ਲੰਗਰ ਲਾਉਂਦੀ ਫਿਰਦੀ ਆ, ਰੋਕਿਆਂ ਲੋਕ ਰੁਕਦੇ ਨਹੀਂ। ਪਰ ਕਿੱਡਾ ਭਾਗਾਂ ਵਾਲਾ ਉਹ ਸਮਾਂ ਹੈ ਜਦੋਂ ਕੋਈ ਆਪ ਮੰਗ ਕੇ ਆਖੇ ਦੋ ਫੁਲਕੇ ਦੇ ਦਿਓ, ਪਾਣੀ ਦੇ ਦਿਓ। ਸਾਹਿਬ ਜੀ ਕਹਿੰਦੇ ਜਦੋਂ ਤੂੰ ਕਿਸੇ ਨੂੰ ਛਕਾ ਕੇ ਛਕੇਂਗਾ
ਤੇਰੇ ਅੰਦਰ ਜਿਹੜਾ ਆਨੰਦ, ਤੇਰੇ ਅੰਦਰ ਜਿਹੜੀ ਸੰਤੁਸ਼ਟੀ ਆਏਗੀ ਨਾ, ਉਹ ਕਹੀ ਨਹੀਂ ਜਾ ਸਕਦੀ, ਬਿਆਨ ਨਹੀਂ ਕੀਤੀ ਜਾਣੀ। ਅੱਜ ਵੀ ਵੇਖ ਲਓ, ਕਿਸੇ ਨੂੰ ਖਵਾ ਕੇ ਖਾਇਓ, ਬੜਾ ਸਕੂਨ ਮਿਲਦਾ, ਬੜਾ ਆਨੰਦ ਮਿਲਦਾ। ਮਿਲੇਗਾ ਉਹਨਾਂ ਨੂੰ ਜਿਨ੍ਹਾਂ ਦਾ ਹਿਰਦਾ ਕਿਤੇ ਨਾ ਕਿਤੇ ਰੱਬ ਨਾਲ ਜੁੜਿਆ। ਜਿਹੜਾ ਹੈ ਹੀ ਨਾਸਤਕ, ਹੈ ਹੀ ਮਨਮੁਖ, ਭਾਵੇਂ ਉਹ ਦੇਖਣ ਨੂੰ ਧਰਮੀ ਲੱਗਦਾ ਹੋਵੇ, ਉਹ ਤੇ ਕਲਪ ਜਾਏਗਾ ਮੈਂ ਕਿੱਥੋਂ ਪਾਣੀ ਪਿਲਾ ਦਿਆਂ। ਇਹ ਸੰਤੁਸ਼ਟੀ ਰੱਬ ਦੀ ਸੰਤੁਸ਼ਟੀ ਹੈ। ਇਸੇ ਤਰ੍ਹਾਂ ਸਮੁੱਚੀ ਕਾਇਨਾਤ ਨੂੰ ਭੋਜਨ ਦੇ ਕੇ ਪਰਮਾਤਮਾ ਇਹੋ ਜਿਹਾ ਆਨੰਦ ਮਹਿਸੂਸ ਕਰਦਾ ਏ ਜੋ ਇੱਕ ਸਿੱਖ ਦੂਜੇ ਨੂੰ ਖਵਾ ਕੇ ਇਹ ਆਨੰਦ ਮਾਣਦਾ ਏ। ਵਾਹਿਗੁਰੂ ਕੋ ਕਰੈ ਉਚਾਰਾ, ਤਾਂ ਪਾਛੇ ਮੁਖ ਪਾਏ ਆਹਾਰਾ। ਤੇ 10ਵਾਂ ਨੇਵ ਸਤਿਗੁਰ ਦੱਸਦੇ ਨੇ, ਕਹਿੰਦੇ ਹਰ ਸਾਧੂ ਨੂੰ, ਫਕੀਰ ਨੂੰ, ਹਰ ਧਰਮ ਦੇ ਬੰਦੇ ਨੂੰ ਕਰਨਾ ਚਾਹੀਦਾ ਹੈ। ਜਦ ਵੀ ਰੋਟੀ ਦੀ ਪਹਿਲੀ ਗੁਰਾਹੀ ਜਾਂ ਪਾਣੀ ਦੀ ਪਹਿਲੀ ਘੁੱਟ ਸਵੇਰੇ ਪੀਣਾ ਹੈ ਨਾ, ਆਪਣੀ ਰਸਨਾ ਤੋਂ ਇੱਕ ਵਾਰ ਬੋਲ ਕੇ ਆਖੀ ਵਾਹਿਗੁਰੂ। ਉਹ ਪੀਤਾ ਹੋਇਆ ਜਲ ਤੇਰੇ ਲਈ ਅੰਮ੍ਰਿਤ ਹੋਏਗਾ, ਖਾਧੀ ਹੋਈ ਰੋਟੀ ਤੇਰੇ ਲਈ ਅੰਮ੍ਰਿਤ ਦਾ ਸਰੂਪ ਹੋਏਗੀ, ਤੈਨੂੰ ਰੋਗਾਂ ਤੋਂ ਬਚਾਏਗੀ। ਕੜਾਹ ਪ੍ਰਸ਼ਾਦ ਲੈਂਦੇ ਆ ਵਾਹਿਗੁਰੂ ਆਖਦੇ ਆ ਨਾ, ਤੇ ਲੰਗਰ ਛਕਣ ਵੇਲੇ ਵੀ ਕਈ ਵਾਰ ਵਾਹਿਗੁਰੂ ਕਹਿੰਦੇ ਆ। ਸਤਿਗੁਰ ਕਹਿੰਦੇ ਤੂੰ ਕਿਤੇ ਵੀ ਹੋਵੇਂ, ਢਾਬੇ ਤੇ ਹੋਈਏ, ਰੈਸਟੋਰੈਂਟ ਤੇ ਹੋਈਏ, ਪਲੇਨ ਵਿੱਚ ਹੋਈਏ, ਟ੍ਰੇਨ ਵਿੱਚ ਹੋਈਏ, ਜਾਂ ਕਿਸੇ ਥਾਂ ਤੇ ਬੈਠੇ ਹੋਈਏ, ਜਦ ਵੀ ਕੋਈ ਪਹਿਲੀ ਗਰਾਹੀ ਮੁਖ ਵਿੱਚ ਪਾਉਣੀ ਹੈ, ਰਸਨਾ ਤੋਂ ਕਹਿੰਦੇ ਵਾਹਿਗੁਰੂ ਕਹਿਣਾ। ਇਹ ਤੇਰਾ ਬ੍ਰਹਮ ਭੋਜ ਹੈ। ਤੈਨੂੰ ਵੱਡੇ ਵੱਡੇ ਲੰਗਰ ਲਾਉਣ ਦੀ ਲੋੜ ਨਹੀਂ, ਕਿਸੇ ਨੂੰ ਖਵਾ ਕੇ ਖਾ ਲਈ, ਵਾਹਿਗੁਰੂ ਕਹਿ ਕੇ ਛਕ ਲਈ, ਏਡਾ ਵੱਡਾ ਪੁੰਨ ਪ੍ਰਾਪਤ ਹੋਣਾ ਏ। ਬਦਨ ਦੇਵਤਾ ਪਾਵਕ ਕਹੀਏ, ਸਰਬ ਸੁਰਨ ਕੀ ਜਿਹਵਾ ਲਈਏ। ਤੈਨੂੰ ਕਿਸੇ ਦੇਵੀ ਦੇਵਤੇ ਨੂੰ ਭੋਗ ਲਵਾਉਣ ਦੀ ਲੋੜ ਨਹੀਂ ਪੈਣੀ। ਜਦੋਂ ਤੂੰ ਆਪਣੀ ਰਸਨਾ ਤੋਂ ਵਾਹਿਗੁਰੂ ਕਹਿਤਾ ਨਾ, ਤੇਰੀ ਰਸਨਾ ਤੇ ਬ੍ਰਹਮ ਵਸਦਾ ਹੈ। ਬ੍ਰਹਮ ਨਾਮ ਹੈ ਪਰਮੇਸ਼ਰ ਦਾ। ਜਿੱਥੇ ਭੋਜਨ ਨੂੰ ਪਚਾਉਣ ਦੇ ਵਿੱਚ ਸਾਡੇ ਲੀਵਰ ਦਾ ਯੋਗਦਾਨ ਹੈ ਨਾ, ਉੱਥੇ ਸਾਡੀ ਜੀਭ ਦਾ ਬਹੁਤ ਵੱਡਾ ਯੋਗਦਾਨ ਹੈ। ਇਹਦੇ ਤੇ ਕਿੰਨੇ ਪ੍ਰਕਾਰ, ਲੱਖਾਂ ਤਰ੍ਹਾਂ ਦੇ ਬੈਕਟੀਰੀਆ ਨੇ। ਤੇ ਫਿਰ ਸਲਾਈਵਾ ਸਾਡਾ ਜਿਹਨੂੰ ਥੁੱਕ ਕਹਿੰਦੇ ਆ, ਜੇ ਉਹੀ ਪਲਿਊਟ ਹੋ ਜੇ ਤੇ ਬੰਦਾ ਠੀਕ ਕਿੱਥੋਂ ਹੁੰਦਾ ਹੈ। ਆਯੁਰਵੇਦ ਇਸੇ ਕਰਕੇ ਕਹਿੰਦਾ ਨਾ, ਸਵੇਰੇ ਉੱਠ ਕੇ ਰਾਤ ਦੀ ਥੁੱਕ ਮੂੰਹ ਤੇ ਲਾਓ। ਉਹਦਾ ਭਾਵ ਕੀ ਹੈ ਵੀ ਤੁਹਾਡੇ ਮੁਖ ਦੇ ਵਿੱਚ ਬ੍ਰਹਮਾ ਦਾ ਵਾਸ ਹੈ। ਜਦੋਂ ਰਸਨਾ ਤੇ ਵਾਹਿਗੁਰੂ ਕਹਿ ਕੇ ਭੋਜਨ ਰੱਖੋਗੇ, ਤੁਹਾਡਾ ਸਲਾਈਵਾ ਪਵਿੱਤਰ ਹੋ ਜਾਣਾ ਹੈ, ਸੁਚਮਤਾ ਵਾਲਾ ਹੋਏਗਾ। ਇਹੀ ਸਲਾਈਵਾ ਤੁਹਾਡੇ ਭੋਜਨ ਨੂੰ ਲੈ ਕੇ ਜਦੋਂ ਅੰਦਰ ਜਾਏਗਾ, ਕਹਿੰਦੇ ਉਹਦੀ ਪਾਚਨ ਸ਼ਕਤੀ ਚੰਗੀ ਤੇ ਦਰੁਸਤ ਹੋਏਗੀ, ਉਹਦੀ એનર્ਜੀ ਬਿਹਤਰ ਹੋਏਗੀ। ਕਿਉਂਕਿ ਤੂੰ ਉਸ ਕਰਤੇ ਨੂੰ ਜਪਿਆ ਜੋ ਸ੍ਰਿਸ਼ਟੀ ਦਾ ਮਾਲਕ ਹੈ, ਜਿਹੜਾ ਸਾਰੇ ਸੰਸਾਰ ਵਿੱਚ ਆਪ ਵਰਤਦਾ ਹੈ। ਜਦੋਂ ਤੂੰ ਬ੍ਰਹਮ ਪਰਮਾਤਮਾ ਨੂੰ ਚੇਤੇ ਕੀਤਾ, ਕਹਿੰਦੇ ਦੇਵੀ ਦੇਵਤੇ, ਪੀਰ ਪੈਗੰਬਰ, ਔਲੀਏ ਸਭ ਤੇਰੇ ਤੋਂ ਪ੍ਰਸੰਨ ਹੋਣਗੇ। ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ, ਤ੍ਰਿਪਤ ਹੋਤ ਹਰ ਨਾਮ ਉਚਾਰੇ। ਤੇ ਤੇਰਾ ਤ੍ਰਿਪਤ ਹੋਇਆ ਹਿਰਦਾ, ਫਿਰ ਪਰਮੇਸ਼ਰ ਦਾ ਨਾਮ ਜਪੇਗਾ। ਕਦੇ ਰੱਬ ਦੇ ਪਿਆਰਿਆਂ ਨੂੰ ਵੇਖਿਓ, ਬੰਦਗੀ ਵਾਲੇ ਸਾਧੂਆਂ ਨੂੰ, ਉਹਨਾਂ ਜੇ ਸਵੇਰੇ ਭੋਜਨ ਕਰ ਲਿਆ, ਫਿਰ ਸ਼ਾਮ ਨੂੰ ਰੋਟੀ ਖਾਣੀ, ਸਾਰਾ ਦਿਨ ਚੁੱਲ੍ਹੇ ਵਾਲੇ ਪਾਸੇ ਧਿਆਨ ਹੀ ਨਹੀਂ, ਖਾਣ ਪੀਣ ਵਿੱਚ ਉਹਨਾਂ ਦੀ ਰੁਚੀ ਨਹੀਂ, ਕਿਉਂਕਿ ਉਹ ਪੇਟ ਭਰਨ ਵਾਸਤੇ ਖਾਂਦੇ ਆ, ਜੀਭ ਦੇ ਸਵਾਦ ਵਾਸਤੇ ਨਹੀਂ। ਸਾਡਾ ਤੇ ਪੇਟ ਵੀ ਨਹੀਂ ਭਰਦਾ, ਸਵਾਦ ਵੀ ਪੂਰੇ ਨਹੀਂ ਹੁੰਦੇ। 3 ਵੇਲੇ ਖਾ ਕੇ ਵੀ ਚੌਥੇ ਵੇਲੇ ਸੁਰਤ ਰਹਿੰਦੀ ਆ, ਹੁਣ ਕੀ ਖਾਧਾ ਜਾਵੇ, ਕੀ ਖਰੀਦਿਆ ਜਾਵੇ। ਸਤਿਗੁਰ ਆਖਦੇ, ਕਹਿੰਦੇ ਜਦੋਂ ਤੂੰ ਅੰਦਰੋਂ ਸੰਤੁਸ਼ਟ ਹੋਏਗਾ ਨਾ, ਮਨ ਕਰਕੇ ਵੀ ਮੈਂ ਕੁਝ ਹੋਰ ਨਹੀਂ ਖਾਣਾ, ਕਹਿੰਦੇ ਫਿਰ ਤੇਰਾ ਚਿੱਤ ਨਾਮ ਨਾਲ ਜੁੜੇਗਾ, ਨਾਮ ਨਾਲ। ਹੁਣੇ ਅਸੀਂ ਸਿਮਰਨ ਕਰਦੇ ਹੁੰਦੇ ਆ, ਬਾਹਰ ਕਿਤੇ, ਇੱਥੇ ਕਥਾ ਕਰਦੇ ਆ, ਕਥਾ ਸੁਣਦਿਆਂ ਮੀਂਹ ਪੈ ਜੇ ਨਾ, ਬੜਿਆਂ ਦੇ ਮਨ 'ਚ ਆਉਂਦਾ ਵੀ ਮੌਸਮ ਤੇ ਪਕੌੜਿਆਂ ਵਾਲਾ, ਇੱਥੇ ਖੜੇ ਹੁੰਦੇ ਆ ਵੀ ਅੱਜ ਫਲਾਣੀ ਚੀਜ਼ ਖਾਧੀ ਜਾਏ। ਮਤਲਬ ਮੌਸਮ ਦੇ ਨਾਲ ਵੀ ਖਾਣ ਪੀਣ ਦਾ ਤਾਲੁਕਾਤ ਹੈ, ਕਿਉਂਕਿ ਬਿਰਤੀ ਉਸ ਪਾਸੇ ਹੈ। ਰੱਬ ਦੇ ਪਿਆਰੇ ਇਹ ਮੌਸਮ ਵੇਖ ਕੇ ਪਤਾ ਕੀ ਕਹਿੰਦੇ ਆ, ਕਹਿੰਦੇ ਨਾਮ ਜਪਿਆ ਜਾਏ ਝਿਮ ਝਿਮ, ਜਿੱਥੇ ਅੰਮ੍ਰਿਤ ਵਰਸਦਾ, ਮੀਂਹ ਵਰਸਦਾ ਹੈ, ਓਏ ਉੱਥੇ ਮੈਂ ਬਹਿ ਕੇ ਇਸ ਬਾਰਿਸ਼ ਦੇ ਕੋਲੇ ਸੋਦਰ ਦਾ ਜਾਪ ਕਰ ਲਾਂ।
ਜਪਜੀ ਦਾ ਜਾਪ ਪੜਾਂ, ਰੱਬ ਦੇ ਨਾਮ ਦੇ ਸ਼ਰਾਟਿਆਂ ਦੇ ਵਿੱਚ ਅੰਦਰੋਂ ਵੀ ਕਿਤੇ ਆਨੰਦ ਆਵੇ। ਗੁਰੂ ਸਾਹਿਬ ਕਹਿੰਦੇ ਉਹ ਪਿਆਰੇ ਜਦੋਂ ਭੋਜਨ ਛਕਦੇ ਨੇ ਅੰਦਰ ਤ੍ਰਿਪਤ ਹੋ ਜਾਂਦਾ ਹੈ। ਜਿਹਨੇ ਰਸਨਾ ਤੋਂ ਵਾਹਿਗੁਰੂ ਕਿਹਾ ਉਹਦਾ ਹੁਣ ਰੋਮ ਰੋਮ ਵਾਹਿਗੁਰੂ ਜਪਦਾ ਏ। ਦੋਹਰ ਤ੍ਰਿਤੀ ਹੋਮ ਹੈ ਗਿਆਨ ਕਾ, ਰਸ ਰਖੀਕ ਕੇ ਦਰਬ। ਹੁਣ ਕਹਿੰਦੇ ਹੋਮ ਸਨਾਤਨ ਮਤ ਵਿੱਚ ਹੋਮ ਕੀਤਾ ਜਾਂਦਾ ਹੈ, ਯੋਗੀ ਕਰਦੇ ਆ। ਕਹਿੰਦੇ ਸਿੱਖ ਦਾ ਹੋਮ ਕੀ ਹੈ? ਪਹਿਲਾ ਕਿਸੇ ਨੂੰ ਛਕਾਉਣਾ, ਦੂਜਾ ਵਾਹਿਗੁਰੂ ਕਹਿ ਕੇ ਛਕਣਾ, ਤੀਜਾ ਕਹਿੰਦੇ ਜਿਸ ਵੇਲੇ ਭੋਜਨ ਛਕਣਾ ਨਾ ਪਰਮਾਤਮਾ ਦਾ ਨਾਮ ਲੈ ਕੇ ਚੌਂਕੜਾ ਲਾ ਕੇ ਭੋਜਨ ਛਕਣਾ, ਭੂੰਜੇ ਬੈਠ ਕੇ ਸਾਰਾ ਸਰੀਰ ਰਿਲੈਕਸ ਹੋਵੇ। ਅੱਜ ਅਸੀਂ ਰੋਟੀ ਖਾਂਦੇ ਆ ਤਣਾਅ ਦੇ ਵਿੱਚ, ਚਾਹ ਪੀਂਦੇ ਆ ਟੈਨਸ਼ਨ ਦੇ ਵਿੱਚ। ਇਸੇ ਕਰਕੇ ਸਿਆਣੇ ਕਹਿੰਦੇ ਸੀ, ਕਹਿੰਦੇ ਦੁਨੀਆ ਦੀਆਂ ਦੁੱਖ ਭੁੱਖ ਇੱਕ ਪਾਸੇ ਛੱਡ, ਰੋਟੀ ਸੰਤੁਸ਼ਟ ਹੋ ਕੇ ਖਾ। ਜੇ ਬੰਦਾ ਲੜਦਾ ਝਗੜਦਾ ਰੋਟੀ ਬਣਾਉਂਦਾ ਤੇ ਲੜਦਾ ਝਗੜਦਾ ਖਾਂਦਾ ਹੈ, ਜਾਂ ਖਾਣ ਵੇਲੇ ਬੁਰਾ ਬੁਰਾ ਸੋਚੀ ਜਾਂਦਾ ਇਹ ਕਿਉਂ ਆ ਗਿਆ, ਉਹਨੇ ਇਦਾਂ ਕਿਉਂ ਕਰਤਾ, ਭੋਜਨ ਬਣਾਉਣ ਵੇਲੇ ਖਿਆਲ ਆ ਗਿਆ, ਕਹਿੰਦੇ ਨਾ ਖਾਣ ਵਾਲਾ ਸੰਤੁਸ਼ਟ ਤੇ ਨਾ ਬਣਾਉਣ ਵਾਲਾ ਸੰਤੁਸ਼ਟ, ਕਿਉਂਕਿ ਤੁਹਾਡੇ ਅੰਦਰ ਦਾ ਜਿਹੜਾ ਔਰਾ ਸੀ ਭੋਜਨ 'ਚ ਆ ਗਿਆ। ਹੁਣ ਜਿਹੜਾ ਵੀ ਰੋਟੀ ਖਾਏਗਾ ਗਾਲਾਂ ਹੀ ਕੱਢੇਗਾ, ਬੁਰਾ ਹੀ ਬੋਲੇਗਾ। ਇਹੀ ਕਾਰਨ ਹੈ ਗੁਰੂ ਘਰ ਆਪਾਂ ਭੋਜਨ ਛਕਦੇ ਹਾਂ ਬੜਾ ਆਨੰਦ ਮਿਲਦਾ ਹੈ, ਕਿਉਂਕਿ ਉੱਥੇ ਬਣਾਉਣ ਵਾਲੇ ਵਾਹਿਗੁਰੂ ਵਾਹਿਗੁਰੂ ਕਰਦੇ ਆ, ਵਰਤਾਉਣ ਵਾਲੇ ਵਾਹਿਗੁਰੂ ਕਰਦੇ ਆ, ਤੇ ਛਕਣ ਵਾਲੇ ਵੀ ਵਾਹਿਗੁਰੂ ਬੋਲਦੇ ਨੇ। ਬੰਦਾ ਕਹਿੰਦਾ ਅੱਜ ਭੋਜਨ ਛਕਿਆ, ਬੇਸ਼ੱਕ ਕੋਈ ਬਹੁਤੇ ਮਿਰਚ ਮਸਾਲੇ ਨਹੀਂ ਪਾਏ, ਪਰ ਲੰਗਰ ਦਾ ਆਨੰਦ ਹੀ ਵੱਖਰਾ ਹੈ। 2 ਫੁਲਕੇ ਖਾਧੇ, ਰੱਜ ਆ ਗਿਆ, ਸੰਤੁਸ਼ਟੀ ਆ ਗਈ। ਲੈ ਬਾਹਰ ਜਾ ਕੇ ਢਾਬਿਆਂ ਤੇ ਜਿੰਨੀਆਂ ਮਰਜ਼ੀ ਰੋਟੀਆਂ ਖਾ ਲਓ, ਫਿਰ ਵੀ ਜੀ ਕਰਦਾ ਰੋਟੀ ਖਾ ਕੇ ਆਈਸਕ੍ਰੀਮ ਖਾ ਲਈਏ, ਸਵੀਟ ਡਿਸ਼ ਹੋ ਜੇ, ਕੋਈ ਫਲਾਣਾ ਹੋ ਜੇ, ਕਿਉਂਕਿ ਉੱਥੇ ਮਨ ਨੂੰ ਸੰਤੁਸ਼ਟੀ ਨਹੀਂ ਆਉਂਦੀ। ਬਣਾਉਣ ਵਾਲਿਆਂ ਦੇ ਵਿਚਾਰਾਂ ਦਾ ਇਫੈਕਟ ਤੁਹਾਡੇ ਭੋਜਨ 'ਤੇ ਹੋ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਸਿੱਖਾ ਤੇਰਾ ਤੀਜਾ ਹੋਮ ਇਹੀ ਹੈ, ਜਦ ਤੂੰ ਰੱਬ ਦੇ ਨਾਮ ਨੂੰ ਜਪ ਕੇ ਭੋਜਨ ਕਰੇਂਗਾ, ਕਹਿੰਦੇ ਫੇਰ ਇਸ ਰਸਨਾ ਤੋਂ ਮਿੱਠੇ ਬੋਲ ਬੋਲੇਂਗਾ, ਤੇਰਾ ਇਹ ਇੱਕ ਹਵਨ ਹੈ। ਰੋਟੀ ਅੰਨ ਅਨਾਜ ਅੱਗ 'ਚ ਸੁੱਟਿਆ ਹਵਨ ਥੋੜਾ ਹੁੰਦਾ ਹੈ। ਆ ਜਠਰਾਗਣ ਸਾਡੀ ਅੰਦਰ ਅੱਗ ਹੀ ਹੈ। ਰੋਟੀ ਖਾਧੀ ਉਹ ਹਜਮ, ਪਾਣੀ ਪੀਤਾ ਉਹ ਹਜਮ, ਪੱਥਰਾਂ ਤੋਂ ਲੈ ਕੇ ਜੋ ਮਰਜ਼ੀ ਖਾ ਲਓ ਸਭ ਕੁਝ ਚਟਾ ਚਟ, ਅੰਦਰ ਅੱਗ ਮਚ ਰਹੀ, ਹੋਮ ਤੇ ਹੋ ਰਿਹਾ ਹੈ। ਕਹਿੰਦੇ ਜਦੋਂ ਰੱਬ ਦਾ ਪਿਆਰਾ ਭੋਜਨ ਛਕ ਕੇ ਦੂਜੇ ਦਾ ਭਲਾ ਮੰਗਦਾ ਹੈ, ਦੂਜੇ ਦੀ ਭੁੱਖ ਨੂੰ ਲੋਚਦਾ ਹੈ ਵੀ ਇਹ ਦੁਖੀ ਤੇ ਨਹੀਂ, ਕਿਤੇ ਭੁੱਖਾ ਤੇ ਨਹੀਂ ਸੁੱਤਾ, ਕਹਿੰਦੇ ਤੀਜੇ ਪ੍ਰਕਾਰ ਦਾ ਇਹ ਯੱਗ ਹੈ, ਵੱਡਾ ਹੋਮ ਹੈ। ਗਿਆਨ ਅਗਨ ਮੈਂ ਹੋਮ ਹੀ, ਧਨ ਹੰਤਾ ਦਿਕ ਸਰਬ। ਕਹਿੰਦੇ ਇਹਦੇ ਵਿੱਚ ਧਿਆਨ ਜੁੜਦਾ, ਜਦੋਂ ਧਿਆਨ ਜੁੜ ਗਿਆ ਫਿਰ ਇਹ ਇੱਕ ਬਹੁਤ ਵੱਡਾ ਹਵਨ ਹੋ ਗਿਆ। ਹਵਨ ਕਾਹਦੇ ਲਈ ਕਰਦੇ ਲੋਕੀ? ਧਿਆਨ ਕੇਂਦਰਿਤ ਕਰਨ ਵਾਸਤੇ। ਅੱਗ 'ਚ ਸਵਾਹਾ ਕਰਕੇ ਪਾਏ ਜਾਂਦੀ ਰਸਤ, ਪਰ ਚੌਂਕੜਾ ਲਾ ਕੇ ਬੈਠੇ ਧਿਆਨ ਨਹੀਂ ਲੱਗਦਾ। ਸਤਿਗੁਰ ਕਹਿੰਦੇ ਤੂੰ ਭੋਜਨ ਖਵਾ ਕੇ ਖਾ ਤੇ ਸਹੀ, ਵੇਖੀ ਬੰਦਗੀ ਵਿੱਚ ਮਨ ਕਿੰਨਾ ਲੱਗੇਗਾ। ਦਿਖਾਵੇ ਦੇ ਭਾਵੇਂ 50 ਪਾਠ ਕਰ ਲੈ, ਆਨੰਦ ਇੱਕ ਦਾ ਵੀ ਨਹੀਂ ਆਉਣਾ। ਜਿੱਦਣ ਕਿਸੇ ਨੂੰ ਰਜਾ ਕੇ, ਭੁੱਖੇ ਨੂੰ ਭੋਜਨ ਖਵਾ ਕੇ, ਪਿਆਸੇ ਨੂੰ ਪਾਣੀ ਪਿਲਾ ਕੇ, ਦੁਖੀਏ ਦਾ ਦਰਦ ਨਿਵਾਰ ਕੇ ਖਾਏਗਾ ਨਾ, ਉਦਣ ਤੈਨੂੰ ਬੰਦਗੀ ਕਰਨ ਦਾ ਜਿਹੜਾ ਸਰੂਰ ਹੋਏਗਾ, ਉਹ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਗਰੀਬ ਨਵਾਜ਼ ਕਹਿੰਦੇ ਸਿੱਖ ਦਾ ਬਹੁਤ ਵੱਡਾ ਯੱਗ ਹੈ। ਇੱਕ ਇੱਕ ਗਿਆਨ ਇੰਦਰਾ, ਇੱਕ ਇੱਕ ਕਰਮ ਇੰਦਰਾ ਨਾਮ ਨਾਲ ਬਿੰਨਿਆ ਜਾਂਦਾ ਏ। ਚੋਪਈ 10 ਪ੍ਰਕਾਰ ਏ ਨੇਮ ਗਿਨਾਵਾ, ਕਸ਼ਟ ਜੋਗ ਦੋਤੇ ਅੰਗ ਸਗਰ ਸੁਹਾਵਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਜਨ ਸ਼ਿਵ ਨਾਭ ਇਹ ਤਾਂ ਸੀ ਭਗਤ ਯੋਗ। 2 ਤਰ੍ਹਾਂ ਦਾ ਯੋਗ ਸੀ ਨਾ, ਇਹ ਭਗਤੀ ਵਾਲਾ ਸੀ, ਦੂਜਾ ਇਹ ਕਸ਼ਟ ਯੋਗ, ਜੋ ਯੋਗੀ ਕਰਦੇ ਆ, ਸਾਧੂ ਕਰਦੇ ਆ, ਪਹਾੜਾਂ 'ਚ ਕਰਦੇ ਆ। ਕਹਿੰਦਾ ਮਹਾਰਾਜ ਮੈਨੂੰ ਭਗਤ ਯੋਗ ਬਹੁਤ ਪਸੰਦ ਆਇਆ। ਦੱਸੋ ਜੀ, ਕਿਤੇ ਮਹਾਰਾਜ ਨੇ ਕਿਹਾ ਵੀ ਹਵਨ ਕਰਿਆ ਕਰ ਜਾ ਕੇ? ਸੁਣਿਆ ਤੁਸੀਂ? ਕਿਤੇ ਗੁਰੂ ਸਾਹਿਬ ਨੇ ਇਹ ਕਿਹਾ ਸਿੱਖਾ ਤੂੰ ਪੁੱਠਾ ਲੱਡ ਕੇ ਤਪ ਕਰਿਆ ਕਰ? ਨਹੀਂ, ਉਹਨਾਂ ਗੁਣ ਦੱਸਤੇ ਵੀ ਚੋਰੀ ਨਹੀਂ ਕਰਨੀ, ਮਿੱਠਾ ਬੋਲਣਾ, ਛਲ ਕਪਟ ਨਹੀਂ ਕਰਨਾ, ਧੋਖਾ ਨਾ ਕਰਿਓ, ਠੱਗੀ ਨਾ ਮਾਰਿਓ, ਸਦਾ ਸੱਚ ਬੋਲਿਓ, ਦੂਜੇ ਨੂੰ ਖਵਾ ਕੇ ਖਾਇਓ। ਕਹਿੰਦੇ ਇਹ ਸੀ ਭਗਤੀ ਦਾ ਯੋਗ। ਇਹ ਭਗਤੀ ਨੇ ਅੰਦਰ ਤਾਰ ਦੇਣਾ। ਸਤਿਗੁਰ ਕਹਿੰਦੇ ਦੂਜਾ ਇਹ ਕਸ਼ਟ ਯੋਗ। ਕਸ਼ਟ ਨਾਮ ਹੈ ਦੁੱਖ ਦਾ, ਕਸ਼ਟ ਨਾਮ ਹੈ ਤਸੀਹੇ ਦਾ।
ਜਿਸ ਯੋਗ ਨੂੰ ਸਾਰਾ ਸੰਸਾਰ ਕਮਾਉਂਦਾ ਏ। ਅੰਗ ਤੀਸਰੇ ਦੇਸ਼ ਅਕੰਤੇ, ਨਾਰ ਬਚ ਸੁਣਿਐ ਨਹਿ ਤਾਹਾਂ ਬਸੰਤੇ। ਸਤਿਗੁਰ ਕਹਿੰਦੇ ਤੀਜਾ ਯੋਗ ਦਾ ਅੰਗ ਕੀ ਹੈ? ਪਹਿਲਾ ਯਮ, ਦੂਜਾ ਨੇਮ, ਤੀਜਾ ਦੇਸ਼ ਇਕੰਤ, ਇਕਾਂਤ ਚ ਹੋਣਾ। ਕਹਿੰਦੇ ਕਿਸੇ ਦਿਆਂ ਬੋਲਾਂ ਨੂੰ ਸੁਣ ਕੇ ਸਹਾਰਨਾ ਹੀ ਨਾ। ਜਿਹੜੇ ਯੋਗੀ ਨੇ ਕਿੰਨੀ ਛੇਤੀ ਸ਼ਰਾਫ ਦੇ ਦਿੰਦੇ ਸੀ, ਭਾਵੇਂ ਉਹ ਦਰਵਾਸ਼ਾ ਰਿਸ਼ੀ ਹੈ, ਕੋਈ ਹੋਰ ਸਾਧੂ ਹੈ, ਜਦ ਕਿਸੇ ਨੇ ਮਾੜਾ ਬੋਲਿਆ ਕਹਿੰਦੇ ਜ਼ੁਬਾਨ ਚੋਂ ਤੋਪ ਦਾ ਗੋਲਾ ਹੀ ਆਉਂਦਾ ਹੈ, ਜਾ ਤੇਰਾ ਕੱਖ ਨਾ ਰਹੇ। ਇਹ ਕਾਹਦਾ ਯੋਗ ਹੈ? ਭਗਤੀ ਵੀ ਕੀਤੀ ਹੈ, ਯੋਗ ਵੀ ਕੀਤਾ ਹੈ, ਪਰ ਕਿਸੇ ਦਾ ਭਲਾ ਮੰਗਿਆ ਹੀ ਨਹੀਂ। ਰੁੱਖਾ ਹੋ ਕੇ ਚੱਲਦਾ, ਬਿਜਲੀ ਦੀ ਤਾਰ ਬਣ ਕੇ ਚੱਲਦਾ, ਅੰਦਰੋਂ ਆਕੜ ਤੇ ਹੰਕਾਰ ਨਾਲ ਭਰਿਆ ਹੋਇਆ। ਸਤਿਗੁਰ ਕਹਿੰਦੇ ਭਾਈ ਦੇਸ਼ ਇਕੰਤ, ਇਕੱਲੇ ਰਹਿਣਾ, ਲੋਕਾਂ ਦੀਆਂ ਸੁਣ ਕੇ ਆਪਣੀਆਂ ਕਹੀ ਜਾਣੀਆਂ, ਸੁਣਨੀਆਂ ਤੇ ਘੱਟ ਸੁਣਨੀਆਂ ਤੇ ਸੁਣਾਉਣੀਆਂ ਜ਼ਿਆਦਾ। ਕਹਿੰਦੇ ਇੱਕ ਸਾਧੂ, ਇੱਕ ਯੋਗੀ ਦੁਨਿਆਵੀ ਤੌਰ ਤੇ ਇਹੀ ਕਰਦਾ। ਯੋਗੀ ਜਿੰਨੇ ਫਿਰਦੇ ਸੀ ਪਹਾੜਾਂ 'ਚ, ਉਹਨਾਂ ਕਦੇ ਕਿਸੇ ਦੀ ਗੱਲ ਸੁਣੀ? ਸੁਣਾਉਣੀ ਆਉਂਦੇ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਆਉਂਦੇ ਸੀ, ਉਹ ਗੁਰੂ ਸਾਹਿਬ ਨੂੰ ਸੁਣਾਉਣ ਆਉਂਦੇ ਸੀ। ਕਹਿੰਦੇ ਬਾਲਿਆ ਸਿੱਖ ਬਣ ਜਾ ਸਾਡਾ। ਬੱਚਿਆ ਤੂੰ ਕਿਹੜੇ ਰੱਬ ਦੀਆਂ ਗੱਲਾਂ ਕਰਦਾ ਹੈ? ਵੇਖ ਗੋਰਖਨਾਥ ਆਏ ਆ, ਮਛੰਦਰਨਾਥ ਆਏ ਆ। ਮਰਦ ਕਹਿੰਦੇ ਸੁਣਨਾ ਵੀ ਸਿੱਖ ਲਓ। ਬਹੁਤਾ ਬੋਲਣ ਵਾਲਾ, ਬਹੁਤਾ ਸੁਣਾਉਣ ਵਾਲਾ ਉਹਦੀ ਕਮਜ਼ੋਰੀ ਹੁੰਦੀ, ਉਹ ਸੁਣ ਨਹੀਂ ਸਕਦਾ, ਨਹੀਂ ਸੁਣ ਸਕਦਾ ਜੀ, ਇਹ ਸੱਚ ਹੈ। ਬਹੁਤਾ ਪ੍ਰਚਾਰ ਕਰਨ ਵਾਲਾ, ਕੋਈ ਸਾਡੇ ਵਰਗਾ, ਬਹੁਤਾ ਕੀਰਤਨ ਕਰਕੇ ਸੁਣਾਉਣ ਵਾਲਾ, ਦੂਜੇ ਨੂੰ ਪਾਠ ਸੁਣਾਉਣ ਵਾਲਾ, ਪੁੱਛੋ ਵੀ ਆ ਤੈਨੂੰ ਪਾਠ ਸੁਣਾਵਾਂ, ਕਹਿੰਦਾ ਨਾ ਨਾ ਔਖਾ ਹੈ। ਕਿਸੇ ਕਥਾਵਾਚਕ ਦੀ ਬਾਂਹ ਫੜੋ ਵੀ ਆ ਤੈਨੂੰ ਕੋਈ ਘੰਟਾ ਕਥਾ ਸੁਣਾਵਾਂ, ਕਹਿੰਦਾ ਨਾ ਨਾ ਸੁਣੀ ਨਹੀਂ ਜਾਂਦੀ। ਜਿਹੜਾ ਕੀਰਤਨ ਆਪ ਕਰਦਾ ਉਹ ਦੂਜੇ ਦੇ ਕੀਰਤਨ 'ਚ ਬਹਿ ਹੀ ਨਹੀਂ ਸਕਦਾ। ਉਹਨੂੰ ਫੀਲ ਹੁੰਦਾ ਹੈ ਜੇ ਬੈਠੂ ਕਬੂਲ ਹੈ, ਸੁਰ ਗਲਤ ਲਾਈ ਹੈ, ਇਹਨੇ ਠੀਕ ਨਹੀਂ ਪੜ੍ਹਿਆ, ਬੇਸੁਰਾ ਗਾਉਂਦਾ ਹੈ, ਕਿਉਂਕਿ ਮਨ ਚਲਾਕ ਹੈ, ਚੰਚਲ ਹੈ। ਸਾਹਿਬ ਕਹਿੰਦੇ ਕਸ਼ਟ ਯੋਗ ਦੇ ਵਿੱਚ ਬਹੁਤਾ ਬੋਲੀ ਜਾਣਾ। ਹੁਣ ਕੱਲਾ ਬੋਲਣ ਵਾਲਾ ਕੱਲਾ ਹੀ ਹੈ। 10 ਬੰਦੇ ਇੱਕ ਪਾਸੇ ਬੈਠੇ, ਤੁਸੀਂ ਇਕੱਲੇ ਬੋਲਦੇ ਹੋ, ਤੁਸੀਂ 10 ਦੀ ਸੁਣੀ ਨਹੀਂ, ਆਪਣੀ ਸੁਣਾਈ। ਭਾਵ 10 ਵਿੱਚ ਬਹਿ ਕੇ ਵੀ ਇਕੱਲੇ ਹੋ ਤੁਸੀਂ, ਤੁਹਾਡੇ ਨਾਲ ਕੋਈ ਨਹੀਂ। ਚੌਥੇ ਅੰਗ ਜੋਗ ਕਾ ਆਸਨ, ਵੇਦ ਜਗੀਸ਼ਰ ਕਰ ਹੀ ਭਾਸ਼ਣ। ਆਪਣੇ ਆਪ ਨੂੰ ਇਕੱਲਾ ਰੱਖਣਾ, ਹਰੇਕ ਨੂੰ ਉਪਦੇਸ਼ ਦੇਈ ਜਾਣਾ। ਕਹਿੰਦੇ ਇਹ ਸੀ ਇਕੰਤ ਦੇਸ਼। ਯੋਗੀ ਇੱਦਾਂ ਰਹਿੰਦੇ ਇਕੱਲੇ। ਜਿਹੜਾ ਆ ਗਿਆ ਉਹ ਭਗਤਾ ਸਿੱਖ ਬਣ ਜਾ, ਐਂ ਕਰਿਆ ਕਰ, ਆਹ ਕਰਿਆ ਕਰ। ਕਹਿੰਦੇ ਫਿਰ ਚੌਥਾ ਨੇਮ ਸੀ, ਚੌਥਾ ਅੰਗ ਸੀ ਯੋਗ ਦਾ ਆਸਣ। ਮਾਫ ਕਰਿਓ, ਆਸਣ ਕਹਿੰਦੇ ਬੈਠਣ ਨੂੰ। ਨਾ ਤੇ ਸਾਨੂੰ ਅਜੇ ਤੱਕ ਸੌਣਾ ਆਇਆ, ਬੁੱਢੇ ਹੋ ਗਏ, ਸੌਣ ਦਾ ਢੰਗ ਨਹੀਂ ਸਾਨੂੰ ਪਤਾ ਕਿੱਦਾਂ ਸੌਣਾ ਚਾਹੀਦਾ। ਅਜੇ ਤੱਕ ਸਾਨੂੰ ਬਹਿਣ ਦਾ ਹੀ ਨਹੀਂ ਪਤਾ, ਬੈਠਣਾ ਕਿਵੇਂ ਆ, ਖੜਨਾ ਕਿਵੇਂ ਆ, ਇਹ ਵੀ ਨਹੀਂ ਪਤਾ। ਇਹੀ ਕਾਰਨ ਹੈ ਦੁਨੀਆ 60-60 ਸਾਲਾਂ ਦੀ ਹੋ ਗਈ, ਅਜੇ ਵੀ ਲੋਕੀ ਪੁੱਛਦੇ ਫਿਰਦੇ ਆ ਸਿੱਧਾ ਕਿਵੇਂ ਬੈਠੀਦਾ, ਰੋਟੀ ਕਿਵੇਂ ਖਾਈਦੀ ਹੈ, ਤਹਿਜ਼ੀਬ ਵਿੱਚ ਕਿੱਦਾਂ ਰਹੀਦਾ। ਮਤਲਬ ਕਿਤੇ ਨਾ ਕਿਤੇ ਸਿੱਧੀ ਗੱਲ ਹੈ ਵੀ ਦੁਨੀਆ ਅਣਜਾਣ ਹੈ ਇਹਨਾਂ ਚੀਜ਼ਾਂ ਤੋਂ। ਸਾਡਾ ਬਹਿਣ ਦਾ ਢੰਗ ਨਹੀਂ, ਬਹਿਣ ਨੂੰ ਕਹਿੰਦੇ ਆਸਣ। ਜਿਸ ਬੰਦੇ ਦਾ ਆਸਣ ਚੰਗਾ ਹੋਏਗਾ ਕਦੇ ਦਲਿੱਦਰੀ ਨਹੀਂ ਹੋਏਗਾ। ਆਸਣ ਦਾ ਭਾਵ ਕੀ ਹੈ? ਧਾਰਮਿਕ ਪੱਖ ਦੇ ਵਿੱਚ ਨਾ ਆਸਣ ਤੇ ਬਿਸਤਰੇ ਤੇ ਸਾਧੂ ਉਦੋਂ ਹੀ ਆਉਂਦੇ ਆ ਜਦੋਂ ਸੌਣਾ ਹੋਵੇ ਜਾਂ ਭਗਤੀ ਕਰਨੀ ਹੋਵੇ। ਦਿਨ ਦੇ ਵਿੱਚ ਬਿਸਤਰੇ ਤੇ ਪੈਣਾ ਬਿਮਾਰ ਬੰਦੇ ਦੀ ਨਿਸ਼ਾਨੀ ਹੈ ਧਰਮ ਦੇ ਵਿੱਚ। ਚਲੋ ਹੁਣ ਇਹ ਗੱਲ ਸਾਡੇ ਤੇ ਲਾਗੂ ਨਹੀਂ ਹੁੰਦੀ। ਮੇਰੇ ਵਰਗਾ ਜਦੋਂ ਮਰਜ਼ੀ ਕਮਰੇ ਜਾ ਕੇ ਵੇਖੋ, ਦਿਨੇ ਵੀ ਬੈੱਡ ਤੇ, ਰਾਤ ਵੀ ਬੈੱਡ ਤੇ ਫਿਰ ਕਹਿਣਾ ਸਿਹਤ ਨਹੀਂ ਬਣਦੀ ਜੀ, ਆਹ ਨਹੀਂ ਹੁੰਦਾ। ਹੋਣਾ ਕੀ ਹੈ ਜਦੋਂ ਬੈੱਡ ਤੇ ਹੀ ਰਹਿਣਾ ਸਾਰਾ ਦਿਨ? ਇਹ ਬਿਮਾਰੀ ਹੈ, ਇੱਕ ਰੋਗ ਹੈ। ਕਹਿੰਦੇ ਆਸਣ ਸਿੱਖ ਦਾ ਕੈਸਾ ਹੋਵੇ, ਯੋਗੀ ਦਾ ਕੈਸਾ ਹੋਵੇ, ਉਹਦੇ ਪਰਥਾਏ ਦੱਸਦੇ ਨੇ। ਜੇਤੇ ਜੀਵ ਜਗਤ ਮਿਹ ਜਾਨੋ, ਆਸਣ ਤੇ ਹੀ ਫਰਮਾਨਿਓ। ਕਹਿੰਦੇ ਜਿੰਨੇ ਜੀਵ ਸੰਸਾਰ ਦੇ ਵਿੱਚ ਨੇ ਓਨੇ ਹੀ ਆਸਣ ਨੇ। ਆਸਣ ਦਾ ਸਿੱਧਾ ਹਿਸਾਬ ਆ ਜੀ ਬਹਿਣਾ, ਬੈਠਣ ਦਾ ਤਰੀਕਾ। ਆਪਾਂ ਕਹਿੰਦੇ ਆ ਕੋਈ ਆ ਗਿਆ ਸਾਧੂ, ਕਹਿੰਦੇ ਆਓ ਜੀ ਆਸਣ ਗ੍ਰਹਿਣ ਕਰੋ, ਮਤਲਬ ਬੈਠੋ। ਕਹਿੰਦੇ ਜਿੰਨੀ ਤਰ੍ਹਾਂ ਦੀ ਦੁਨੀਆ ਏ ਓਨੇ ਬਹਿਣ ਦੇ ਤਰੀਕੇ ਨੇ, ਪਰ ਯੋਗੀ ਦਾ ਤਰੀਕਾ ਸਭ ਤੋਂ ਅਲੱਗ ਹੋਵੇਗਾ। ਤਿਤ ਤੇ ਜੁਗਮ ਸ਼੍ਰੋਮਣ ਬੀਨੇ,
ਮਹਾਪੁਰਖ ਹਿਤ ਕਰ ਸੋ ਲੀਨੇ। ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਜੋੜ ਕੇ ਰਾਜਾ ਸ਼ਿਵਨਾਭ ਕਹਿੰਦਾ, ਮਹਾਰਾਜ ਕਿਰਪਾ ਕਰਕੇ ਸ਼੍ਰੋਮਣੀ ਆਸਣ ਦੱਸੋ ਕਿਹੜਾ ਹੈ। ਸਤਿਗੁਰ ਕਹਿੰਦੇ ਦੋ ਹੀ ਆਸਣ ਧਰਮ ਦੀ ਦੁਨੀਆ, ਸਾਧੂਆਂ ਦੀ ਦੁਨੀਆ, ਧਾਰਮਿਕ ਗ੍ਰੰਥਾਂ ਦੇ ਵਿੱਚ ਸ਼੍ਰੋਮਣ ਨੇ। ਅੱਜ ਵੀ ਤੁਹਾਡੇ ਚੋਂ ਕਈ ਇਹਨਾਂ ਆਸਣਾਂ ਬਾਰੇ ਜਾਣਦੇ ਹੋਣਗੇ, ਸੁਣਿਆ ਤੇ ਬੜੀ ਵਾਰ ਹੋਣਾ। ਰਾਜਾ ਕਹਿੰਦਾ, ਪਾਤਸ਼ਾਹ ਕਿਰਪਾ ਕਰਕੇ ਦੱਸੋ ਕਿ ਉਹ ਆਸਣ ਮੈਂ ਲਾ ਸਕਦਾ, ਕਿ ਅਸੀਂ ਉਸ ਆਸਣ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਦਰੁਸਤ ਰੱਖ ਸਕਦੇ ਹਾਂ। ਸਿੱਧ ਆਸਨ ਪਦਮ ਆਸਨ ਦੋ, ਤਿਨਹਿ ਜੇ ਲੱਛਣ ਸੁਣੀਏ ਸੋ। ਸਤਿਗੁਰ ਕਹਿੰਦੇ ਪਹਿਲਾ ਆਸਣ ਸਿੱਧ ਆਸਣ ਹੈ ਤੇ ਦੂਜਾ ਇਹ ਪਦਮ ਆਸਣ। ਅੱਜ ਵੀ ਯੋਗ ਕਹਿੰਦਾ ਦੋਨੇ ਬਹੁਤ ਚੰਗੇ ਆ। ਹੁਣ ਮਹਾਰਾਜ ਨੇ ਲਿਖਿਆ ਨਾ ਵੀ ਆਸਣ ਦੁਨੀਆ ਦੇ ਬੜੇ, ਭਾਈ ਗੁਰਦਾਸ ਲਿਖਦੇ ਆ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਕਹਿੰਦੇ ਸਿੱਧਾਂ ਦੇ ਆਸਣ ਬਹੁਤ ਨੇ, ਸਾਰੇ ਜੱਗ ਤੇ ਆਸਣ ਲੱਗੇ, ਧੂਣੇ ਲੱਗੇ ਹੋਏ ਆ। ਕੋਈ ਗੋਰਖ ਗੋਰਖ ਕਰਦਾ, ਕੋਈ ਯੋਗੀ ਯੋਗੀ ਕਰਦਾ, ਕੋਈ ਮਛੰਦਰ ਮਛੰਦਰ ਜਪਦਾ। ਯੋਗੀ ਗੋਰਖ ਗੋਰਖ ਕਰਿਆ, ਹਰ ਕੋਈ ਜਪਦਾ ਫਿਰਦਾ। ਕੋਈ ਧੂਣਾ ਲਾ ਕੇ ਬੈਠਾ, ਕੋਈ ਚੌਂਕੜਾ ਲਾ ਕੇ ਬੈਠਾ, ਕੋਈ ਪੁੱਠਾ ਲਟਕਿਆ ਹੋਇਆ। ਕਹਿੰਦੇ ਸਿਰਫ ਦੋ ਆਸਣ ਸ਼੍ਰੋਮਣ ਨੇ। ਅੱਜ ਵੀ ਮਹਾਤਮਾ ਬੁੱਧ ਦੀ ਤਸਵੀਰ ਵੇਖ ਲਓ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਵੇਖ ਲਓ, ਕਿਸੇ ਸਾਧੂ ਫਕੀਰ ਰੱਬ ਦੇ ਪਿਆਰੇ ਦੀ ਤਸਵੀਰ ਵੇਖ ਲਓ, ਜਦ ਵੀ ਮਿਲੇਗੀ ਬੈਠਣ ਦਾ ਤਰੀਕਾ ਦੋ ਹੀ ਆਸਣ ਹੋਣਗੇ। ਕਿਉਂ ਨੇ? ਕੋਈ ਤੇ ਕਾਰਨ ਹੋਣਾ। ਇਹ ਥੋੜਾ ਯੋਗੀ ਮਾੜੇ ਆ, ਸਾਧੂ ਮਾੜੇ ਆ, ਗੁਣ ਸਾਰਿਆਂ 'ਚ ਚੰਗੇ ਹੁੰਦੇ ਆ। ਮਹਾਰਾਜ ਕਹਿੰਦੇ ਇੱਕ ਸਿੱਧ ਆਸਣ ਵੱਡਾ ਹੈ ਭਾਈ, ਉਹ ਤੋਂ ਵੱਡਾ ਪਦਮ ਆਸਣ ਹੈ। ਦੋਨਾਂ ਆਸਣਾਂ ਦੇ ਵਿੱਚ ਬੜਾ ਹੀ ਆਨੰਦ ਹੈ। ਛਿਤ ਕਛ ਖੋਦ ਮਿਰਦਲ ਤ੍ਰਿਣ ਪਾਏ, ਬੈਸੈ ਪੁਨ ਪਟ ਬਿਮਲ ਵਿਛਾਏ। ਪਹਿਲਾ ਸਿੱਧ ਆਸਣ ਕਿਵੇਂ ਲੱਗਦਾ ਹੈ? ਕਹਿੰਦੇ ਧਰਤੀ ਤੋਂ ਨੀਵੀਂ ਥਾਂ ਖੋਦ ਕੇ, ਘਾਹ ਵਿਛਾ ਕੇ, ਕੱਪੜਾ ਵਿਛਾ ਕੇ, ਚੌਂਕੜਾ ਮਾਰ ਕੇ ਬਹਿਣਾ, ਐਸਾ ਆਸਣ ਲਾਉਂਦੇ ਸੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ। ਉਹ ਸੰਗਤ ਤੋਂ 1 ਫੁੱਟ ਹੇਠਾਂ ਬਹਿੰਦੇ ਸੀ ਵੀ ਸੰਗਤ ਗੁਰੂ ਰੂਪ ਹੈ। ਟੋਆ ਪਟਕੇ ਸਾਧੂਆਂ ਦੇ ਜੀਵਨ 'ਚੋਂ ਬੜਾ ਕੁਝ ਮਿਲਦਾ ਸਿੱਖਣ ਵਾਸਤੇ। ਅਸੀਂ ਸਿੱਖਦੇ ਨਹੀਂ, ਅਸੀਂ ਸਿਰਫ ਤਰਕਾਂ ਕਰਦੇ ਹਾਂ, ਹੁਜਤਾਂ ਕਰਦੇ ਹਾਂ। ਚਲੋ ਸੁਭਾਅ ਏ, ਮੱਖੀ ਨੂੰ ਮਠਿਆਈ ਵਾਲੀ ਦੁਕਾਨ ਤੇ ਬਿਠਾ ਦਿਓ, ਉੱਥੇ ਨਹੀਂ ਬੈਠੂਗੀ, ਹਲਵਾਈ ਦੇ ਗੋਡੇ ਤੇ ਬੈਠੂ ਜਿੱਥੇ ਸੱਟ ਵੱਜੀ ਹੋਊਗੀ। ਉਹਨੇ ਮਿੱਠਾ ਨਹੀਂ ਵੇਖਣਾ, ਔਗਣ ਵੇਖਣਾ। ਦੀਨ ਦੁਨੀਆ ਦੇ ਮਾਲਕ ਗੁਰੂ ਸਾਹਿਬ ਆਖਣ ਲੱਗੇ ਸਿੱਧ ਆਸਣ ਲੱਗਦਾ ਧਰਤੀ ਤੋਂ ਹੇਠਾਂ। ਜਿੰਨੇ ਸਿੱਧ ਸੀ ਗੁਫਾਵਾਂ 'ਚ ਰਹਿੰਦੇ ਸੀ, ਕੰਦਰਾਂ 'ਚ ਰਹਿੰਦੇ ਸੀ, ਥਾਵਾਂ ਪੱਟ ਕੇ ਹੇਠਾਂ ਬਹਿੰਦੇ ਸੀ। ਉਹਦੇ ਕਾਰਨ ਬਹੁਤ ਨੇ, ਆਪਾਂ ਉਸ ਪਾਸੇ ਬਹੁਤਾ ਵਿਸਥਾਰ ਨਹੀਂ ਕਰਨਾ ਕਿਉਂਕਿ ਇਹ ਗਿਆਨ ਦੀ ਕਥਾ ਬੜੀ ਗਹਿਰੀ ਜਾ ਰਹੀ ਹੈ ਅੱਗੇ। ਕਹਿੰਦੇ ਸਿੱਧ ਆਸਣ ਦੇ ਵਿੱਚ ਟੋਆ ਪੱਟ ਕੇ ਨੀਵੀਂ ਥਾਂ ਤੇ ਘਾਹ ਵਿਛਾ ਕੇ ਉੱਤੇ ਸਫੇਦ ਕੱਪੜਾ ਵਿਛਾ ਲੈਣਾ ਹੈ। ਇੱਥੇ ਚੌਂਕੜਾ ਲਾਇਆ ਜਾਂਦਾ ਏ। ਹੈ ਪਾਵਨ ਨਹਿ ਅੰਗ ਡੋਲਾਏ, ਬਾਮ ਪੈਰ ਸੋ ਗੁਦਾ ਦਵਾਏ। ਹੁਣ ਇਸ ਆਸਣ ਦੇ ਵਿੱਚ ਬਾਮ ਕਹੀਏ ਸੱਜਾ ਪੈਰ ਆ ਨਾ ਜਿਹੜਾ, ਉਹ ਗੁਦਾ ਦੇ ਨਾਲ ਜੋੜਿਆ ਜਾਂਦਾ ਹੈ। ਮਤਲਬ ਇਹ ਪੈਰ ਆ ਨਾ ਜਿਹੜਾ, ਜਿੱਦਾਂ ਆਪਾਂ ਚੌਂਕੜਾ ਇਦਾਂ ਕਰਕੇ ਲਾਉਨੇ ਆ, ਇੱਥੇ ਲਾ ਲੈਣਾ ਪਹਿਲਾ ਸੱਜਾ ਪੈਰ ਚੁੱਕ ਕੇ। ਕਹਿੰਦੇ ਸਰੀਰ ਨੂੰ ਰੱਖਣਾ ਅਡੋਲ। ਮਾਫ ਕਰਿਓ, ਫਿਰ ਮਾਫੀ ਮੰਗਾ। ਅਸੀਂ ਅੱਧਾ ਘੰਟਾ ਗੁਰੂ ਘਰ ਦੇ ਵਿੱਚ ਕੰਧ ਤੋਂ ਸਹਾਰੇ ਤੋਂ ਬਗੈਰ ਨਹੀਂ ਬਹਿ ਸਕਦੇ। ਸਹੀ ਗੱਲ ਹੈ। ਇਹਦੇ ਵਿੱਚ ਨਾ ਗੁਰੂ ਦਾ ਕਸੂਰ, ਨਾ ਗੁਰੂ ਘਰ ਵਾਲਿਆਂ ਦਾ ਕਸੂਰ। ਸਰੀਰ ਸਾਡੇ ਇੰਨੇ ਕੰਡਮ ਹੋ ਗਏ ਆ, ਇੰਨੀ ਹਾਲਤ ਮਾੜੀ ਹੋ ਗਈ। ਸਾਨੂੰ ਕੋਈ ਆਖੇ ਵੀ ਭਾਈ ਸਾਹਿਬ 1 ਲੱਖ ਰੁਪਇਆ ਦਊਂ, ਟੇਕ ਕੇ ਬਹਿ ਜਾ, ਬਿਨਾਂ ਕੰਧ ਤੋਂ, ਬਿਨਾਂ ਹੱਥ ਹਿਲਾਏ, ਬਿਨਾਂ ਅੱਖ ਹਿਲਾਏ, ਚੌਂਕੜਾ ਮਾਰ ਕੇ ਬੈਠ, ਨਹੀਂ ਬਹਿ ਸਕਦੇ। ਮੌਤ ਵਾਲਾ ਕੰਮ ਹੈ, ਮਰਨ ਵਾਲਾ ਕੰਮ ਆ ਸਾਡੇ ਲਈ। ਤੇ ਪੁਰਾਣੇ ਸਮੇਂ ਦੇ ਬਜ਼ੁਰਗ ਨੇ ਨਾ ਜਿਹੜੇ, ਉਹ ਮੰਜੀਆਂ ਤੇ ਬੈਠੇ, ਕਿਸੇ ਸਹਾਰੇ ਦੀ ਲੋੜ ਹੁੰਦੀ ਮੰਜੀ ਤੇ ਬੈਠੇ ਬਜ਼ੁਰਗ ਨੂੰ। ਸਾਡੀਆਂ ਤੇ ਕੁਰਸੀਆਂ ਪਿੱਛੇ ਢੋ, ਬੈਡਾਂ ਪਿੱਛੇ ਢੋ, ਮਰਨ ਦਾ ਹੀ ਸਮਾਂ ਹੈ। ਪੁਰਾਣੇ ਬਜ਼ੁਰਗਾਂ ਨੂੰ ਅੱਜ ਵੀ ਵੇਖੋ, ਪਿੱਪਲਾਂ ਥੱਲੇ ਤਾਸ਼ ਕੁੱਟਦੇ 4-4 ਘੰਟੇ। ਤਾਸ਼ ਨਾ ਵੇਖੋ, ਇਹ ਵੇਖੋ ਬਿਨਾਂ ਸਹਾਰੇ ਤੋਂ ਹੀ ਬੈਠੇ ਆ ਉਹ ਬਜ਼ੁਰਗ ਹੋ ਕੇ, 80 ਸਾਲਾਂ ਦੇ, 70 ਸਾਲਾਂ ਦੇ। ਤੇ ਇੱਥੇ ਤੇ ਮੇਰੇ ਵਰਗਾ ਟੀਵੀ ਦੇਖਣਾ, ਕਹਿੰਦਾ ਲਿਆ ਮੈਂ ਪਿੱਛੇ ਢੋ ਲਾ ਲਾ, ਸਰਾਣਾ ਦਈ ਜਰਾ, ਰੋਟੀ ਖਾਣੀ ਆ ਸਰਾਣਾ ਦਈ ਜਰਾ। ਅਸੀਂ ਤੇ ਲੰਗਰ ਹਾਲ 'ਚ ਵੀ ਉਹ ਥਾਂ ਲੱਭਦੇ ਜਿੱਥੇ ਪਿੱਲਰ ਲੱਗਾ ਹੋਵੇ, ਬੈਠੀਏ। ਠੀਕ ਆ, ਕਿਸੇ ਨੂੰ ਪ੍ਰੋਬਲਮ ਹੋਵੇ ਉਹ ਬਹਿ ਸਕਦਾ ਹੈ, ਪਰ ਕੋਸ਼ਿਸ਼ ਕਰੀਏ ਸਿੱਧਾ ਹੋ ਕੇ ਬੈਠੀਏ। ਜਦੋਂ ਤੱਕ ਸਰੀਰ ਸਾਵਧਾਨ ਨਹੀਂ, ਮਨ ਕਿੱਥੋਂ ਸਾਵਧਾਨ ਹੋਏਗਾ? ਗੁਰੂ ਸਾਹਿਬ ਕਹਿੰਦੇ ਸਾਵਧਾਨ ਏਕਾਗਰ ਚੀਤ।
ਚਿੱਤ ਇਕਾਗਰ ਤਾਂ ਹੋਏਗਾ ਜੇ ਸਰੀਰ ਦਰੁਸਤ ਹੋਏਗਾ। ਮੈਂ ਮਾੜਾ ਜਿਹਾ ਸਰਾਣਾ ਲਾ ਕੇ ਪਿੱਛੇ ਬਹਿ ਜਾ, ਨੀਂਦ ਆ ਜਾਂਦੀ ਹੈ। ਗੁਟਕਾ ਸਾਹਿਬ ਲੈ ਕੇ ਮਾੜੀ ਜਿਹੀ ਗੱਦੀ ਲਾ ਕੇ ਬਹਿ ਜਾਓ, ਮੈਂ ਕਹਿੰਦਾ ਅੱਖਾਂ ਬੰਦ ਮਿਲਣਗੀਆਂ। ਸਰੀਰ ਤੇ ਆਰਾਮ ਭਾਲਦਾ ਹੈ। ਇਹ ਤੇ ਸਾਰੀ ਰਾਤ ਬਿਸਤਰੇ ਤੇ ਸੁੱਤਾ ਹੋਇਆ ਸਵੇਰੇ ਉੱਠ ਕੇ ਕਹਿੰਦਾ ਮੈਂ ਥੱਕ ਗਿਆ। ਕੀ ਕਰਕੇ ਆਇਆ ਸੀ? ਸੌਂ ਕੇ ਹੀ ਥੱਕ ਗਿਆ। ਹੁਣ ਇਹ ਥਕਾਵਟ ਦਾ ਕੀ ਇਲਾਜ ਹੈ? ਕਹੀ ਚਲਾ ਕੇ ਥੱਕਿਆ, ਭੱਜ ਦੌੜ ਕੇ ਥੱਕਿਆ, ਉਹਨੂੰ ਕਹਿੰਦੇ 2 ਘੜੀ ਲੰਮਾ ਪੈ ਜਾ, ਠੀਕ ਹੋ ਜਾਏਗਾ। ਜਿਹੜਾ ਸੌਂ ਕੇ ਥੱਕ ਗਿਆ ਜੀ, ਉਹਦਾ ਇਲਾਜ ਕੀ ਹੈ? ਕੋਈ ਇਲਾਜ ਨਹੀਂ ਹੈ। ਸਾਹਿਬ ਕਹਿੰਦੇ ਸੱਜਾ ਪੈਰ ਚੁੱਕਿਆ, ਪੈਰ ਦੀ ਅੱਡੀ ਗੁਦਾ ਨਾਲ ਲਾਈ ਤੇ ਸਰੀਰ ਨੂੰ ਬਿਲਕੁਲ ਸਿੱਧਾ ਕਰਕੇ ਰੀੜ੍ਹ ਦੀ ਹੱਡੀ 90 ਡਿਗਰੀ ਦੇ ਤੇ ਰੱਖਣੀ ਹੈ। ਅੱਜ ਜਿਹਨੂੰ ਮਰਜ਼ੀ ਚੈੱਕ ਕਰਾ ਕੇ ਵੇਖੋ, ਬੈਕਬੋਨ ਦੀ ਪ੍ਰੋਬਲਮ ਹੈ। 80 ਤੋਂ 90% ਹਰ ਬੰਦਾ ਡਿਸਕ ਪ੍ਰੋਬਲਮ ਨਾਲ ਜੂਝਦਾ ਹੈ। ਪਰ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਡਿਸਕ ਨਹੀਂ, ਸਪਾਈਨਲ ਕਾਰਡ ਹੈ। ਜਿਹਦੀ ਇਹ ਹਿੱਲ ਗਈ ਨਾ, ਉਹ ਦੁਨੀਆ ਤੇ ਕਦੇ ਠੀਕ ਨਹੀਂ ਹੋ ਸਕਦਾ, ਜਿੰਨੀਆਂ ਮਰਜ਼ੀ ਦਵਾਈਆਂ ਖਾਵੇ। ਇਹ ਜਾਲ ਹੈ ਸਾਡੀਆਂ ਨਾੜਾਂ ਦਾ, ਅੰਤਰੀਆਂ ਦਾ। ਤੇ ਸਾਧੂ ਕਿਉਂ ਤੰਦਰੁਸਤ ਹੁੰਦੇ ਆ? ਬਜ਼ੁਰਗ ਕਿਉਂ ਤੰਦਰੁਸਤ ਸੀ ਪੁਰਾਣੇ? ਸਪਾਈਨਲ ਕਾਰਡ ਸਿੱਧੀ ਸੀ। ਹੁਣ ਤੇ ਗੱਦਿਆਂ ਨੇ ਨਾਸ ਮਾਰਿਆ ਹੋਇਆ ਸਾਡਾ। ਗੱਦਿਆਂ ਵਰਗੇ ਹੋਏ ਫਿਰਦੇ ਅਸੀਂ, ਬਰਗਰ ਵਰਗੇ। ਦੁਕਾਨ ਤੇ ਬਰਗਰ ਖਾਣ ਖੜੀਏ ਨਾ, ਕੋਲੇ 2-4 ਬਰਗਰ ਹੋਰ ਫਿਰਦੇ ਹੁੰਦੇ ਖੜੇ। ਸ਼ਰਮ ਆਉਂਦੀ ਵੀ ਜੇ ਬਰਗਰ ਕਹੇ ਤਾਂ ਉਹ ਹੀ ਨਾ ਲੜ ਪਏ ਵੀ ਮੈਨੂੰ ਬਰਗਰ ਕਹਿਣਾ ਹੋਏ। ਆਹ ਹਾਲਤ ਅੱਜ ਸਾਡੇ ਸਰੀਰਾਂ ਦੀ, ਸਾਰਿਆਂ ਦੀ। ਕਿਉਂ? ਬੈਠਣਾ ਠੀਕ ਨਹੀਂ ਹੈ। ਇਹ ਗੱਲਾਂ ਧਰਮ ਦੇ ਨਾਲ ਜੁੜੀਆਂ ਨੇ, ਰਿਲੇਟਡ ਨੇ। ਹੁਣ ਤੁਸੀਂ ਦੱਸੋ ਜੀ, ਜੇ ਦਲਿੱਦਰ ਪਿਆ ਹੋਇਆ ਹੈ, ਅੱਖਾਂ 'ਚ ਮਣ ਗਿੱਡਾਂ ਭਰੀਆਂ ਤੇ ਨਾਮ ਜਪ ਲੂ ਉਹ? ਜਿਹਨੂੰ ਰੋਟੀ ਖਾ ਕੇ ਨੀਂਦ ਆ ਜਾਂਦੀ, ਉਹ ਬੰਦਾ ਕਿਹੜੀ ਸ਼ਹਾਦਤ ਦੇ ਲੂਗਾ? ਕਿਹੜੀ ਕੁਰਬਾਨੀ ਕਰ ਲੂ ਤੇ ਕਿਹੜਾ ਕਰ ਲੂ ਸਿਮਰਨ? ਕਰ ਸਕਦਾ ਨਹੀਂ। ਮਰਦ ਕਹਿੰਦੇ ਇਸੇ ਤਰ੍ਹਾਂ ਬੈਠਣਾ ਏ, ਸਿੱਧਾ ਹੋ ਕੇ, ਬਿਨਾਂ ਕਿਸੇ ਸਹਾਰੇ ਤੋਂ। ਸਭ ਤੋਂ ਵੱਡਾ ਸਹਾਰਾ ਪਰਮਾਤਮਾ ਨੇ ਡਿਸਕ ਦਾ ਦਿੱਤਾ ਹੋਇਆ ਸਾਨੂੰ, ਰੀੜ੍ਹ ਦੀ ਹੱਡੀ ਦਾ। ਜਿਨ੍ਹਾਂ ਲੋਕਾਂ ਦੀ ਵਿਚਾਰਿਆਂ ਦੀ ਡਿਸਕਾਂ ਟੁੱਟੀਆਂ, ਪੁੱਛ ਕੇ ਵੇਖੋ, ਮੁੱਦੇ ਪਏ 20-20 ਸਾਲਾਂ ਤੋਂ ਮੰਜੇ ਆਂਦੇ। ਅਸੀਂ ਤੇ ਆਪਣੇ ਸਹਾਰੇ ਨੂੰ ਸਹਾਰਾ ਦੇ ਰਹੇ ਹਾਂ। ਦੁੱਖਾਂ ਦਾ ਕਾਰਨ ਹੈ ਨਾ। ਕਹਿੰਦੇ ਯੋਗੀ ਸਾਧੂ ਕਦੇ ਸਹਾਰਾ ਲੈਂਦੇ ਨਹੀਂ। ਦੋਹਰਾ ਇੰਦਰੀ ਪਰ ਦਹਿਨ ਤਰੈ, ਅਗਰ ਨਾਸ ਕਾ ਧਿਆਨ। ਹੁਣ ਜਦੋਂ ਯੋਗੀ ਨੇ, ਸਾਧੂ ਨੇ ਚੌਂਕੜਾ ਲਾਇਆ, ਕਹਿੰਦੇ ਖੱਬਾ ਪੈਰ ਆਪਣੀ ਇੰਦਰੀ ਦੇ ਕੋਲੇ ਲਾਇਆ, ਬਿਲਕੁਲ ਸਿੱਧਾ ਹੋ ਗਿਆ। ਧਿਆਨ ਕਿੱਥੇ ਰੱਖਿਆ? ਨਾਸਕਾ, ਨੱਕ ਦੀ ਸੇਧ 'ਚ। ਤੇ ਸਾਡਾ ਤਾਂ ਧਿਆਨ ਲੱਗਿਆ ਵੀ ਅੱਖ ਸੱਜੇ ਖੱਬੇ ਘੁੰਮਦੀ ਹੁੰਦੀ, ਕੌਣ ਆਇਆ ਕੌਣ ਗਿਆ। ਯੋਗੀ ਨਹੀਂ ਹੈ, ਉਹਦੇ ਆਲੇ ਦੁਆਲੇ ਕੋਈ ਫਿਰੀ ਜਾਏ, ਸਾਧੂ ਦੇ ਆਸੇ ਪਾਸੇ, ਉਹਨੂੰ ਪਤਾ ਹੀ ਨਹੀਂ ਧਿਆਨ ਕਿੱਥੇ ਹੈ। ਧਿਆਨ ਕੇਂਦਰਤ ਹੈ ਦੋਨਾਂ ਅੱਖਾਂ ਦੇ ਵਿਚਕਾਰ। ਆਹ ਜਿਹੜੀ ਥਾਂ ਜਿਹਨੂੰ ਤ੍ਰਿਕੁਟੀ ਕਹਿੰਦੇ ਆ। ਮਰਜੇ ਦੱਸਦੇ ਆ ਵੀ ਕਸ਼ਟ ਯੋਗ ਕੀ ਹੈ, ਸਿੱਖ ਮਹਾਨ ਕਿਵੇਂ ਹੈ, ਸਿੱਖ ਦਾ ਗਿਆਨ ਕੀ ਹੈ। ਕਹਿੰਦੇ ਜਦੋਂ ਯੋਗੀ ਚੌਂਕੜਾ ਲਾ ਕੇ ਬਹਿੰਦਾ ਨਾ, ਆਪਣੇ ਨੱਕ ਵੱਲ ਵੇਖ ਕੇ ਇਹਦਾ ਧਿਆਨ ਧਰਦਾ ਏ। ਸਿੱਧ ਆਸਨ ਏਕੋਪਨ, ਜੋਗੀ ਕਰਤ ਸੁਜਾਨ। ਤੇ ਆਪਣੇ ਜਿਹੜੇ 2 ਹੱਥ ਨੇ, ਦੋਨਾਂ ਨੂੰ ਇਦਾਂ ਰੱਖ ਲੈਣਾ ਜਿੱਦਾਂ ਪਾਣੀ ਦੀ ਉਂਜਲ ਭਰਦੇ ਹਨ। ਆਹ ਹੱਥ ਇੱਥੇ ਪਏ ਆ, ਚੌਂਕੜਾ ਲੱਗਾ ਹੈ। ਬੜੇ ਤੁਹਾਨੂੰ ਸਾਧੂਆਂ ਦੇ ਇਦਾਂ ਦੀਆਂ ਤਸਵੀਰਾਂ ਮਿਲ ਜਾਣਗੀਆਂ, ਰੱਬ ਦੇ ਪਿਆਰਿਆਂ ਦੀਆਂ। ਆਪਾਂ ਕਹਿੰਦੇ ਫੋਟੋ ਖਿਚਾਉਣ ਬੈਠੇ, ਨਹੀਂ, ਉਹ ਸੁਭਾਵਕ ਹੀ ਬੈਠੇ ਆ। ਸਰੀਰ ਪਿੰਜਰਾ ਹੋਇਆ ਪਿਆ। ਤੇ ਮੈਂ ਕਹਿੰਦਾ ਜਿਹੜੇ ਸਾਡੇ ਵਰਗੇ ਮਾਡਰਨ ਸਾਧ ਨੇ, ਜਿਹੜੇ ਸਾਡੇ ਵਰਗੇ ਕਹਾਉਂਦੇ ਆ, ਉਹਨਾਂ ਦੇ ਫੇਸਬੁੱਕ ਤੇ ਪੋਜ ਤਾਂ ਵੇਖਿਆ ਕਰੋ। ਇੰਨੀ ਤੇ ਵਿਆਹੀ ਲਾੜੀ ਦੇ ਪੋਜ ਨਹੀਂ ਹੁੰਦੇ ਜਿੰਨੇ ਅੱਜ ਕੱਲ੍ਹ ਦੇ ਸਾਧਾਂ ਦੇ ਬਣੇ ਹੋਏ ਆ। ਇੱਕ ਤੋਂ ਇੱਕ YouTube ਭਰੀ ਪਈ ਹੈ। ਧਰਮ ਕਿੱਥੇ ਹੈ? ਦਿਸਦਾ ਕਿਤੇ? ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਇਹੋ ਜਿਹੇ ਰੋਗੀ ਬੰਦਿਆਂ ਦੇ ਪਿੱਛੇ ਤੁਰੇ ਫਿਰਾਂਗੇ, ਮੱਥੇ ਟੇਕਾਂਗੇ ਤੇ ਸੁਖੀ ਹੋ ਜਾਾਂਗੇ ਕਦੇ? ਨਹੀਂ। ਜਿਹਨੇ ਸਾਧਨਾ ਜੀਵਨ ਵਿੱਚ ਕੀਤੀ ਹੈ, ਤਪੱਸਿਆ ਕੀਤੀ ਹੈ, ਬੰਦਗੀ ਕੀਤੀ ਹੈ ਨਾ, ਜੀਵਨ ਪੜ੍ਹ ਕੇ ਵੇਖੋ ਉਹਨਾਂ ਦਾ। ਅੱਜ ਵੀ ਸੰਤਾਂ ਮਹਾਂਪੁਰਖਾਂ ਦੇ ਜੀਵਨ ਦੀਆਂ ਕਿਤਾਬਾਂ ਮਿਲਦੀਆਂ ਨੇ, ਦਿਲਚਸਪੀ ਨਹੀਂ ਹੈ ਪੜ੍ਹਨ ਦੀ। ਪੜ੍ਹੋ ਕਿਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦਾ ਜੀਵਨ, ਉਹਨਾਂ ਦੀ ਘਾਲਣਾ ਕਮਾਈ ਕੀ ਸੀ। ਕਿੰਨਾ ਕਿੰਨਾ ਦੇਰ ਉਹ ਬੰਦਗੀ ਕਰਦੇ ਸੀ ਚੌਂਕੜਾ ਲਾ ਕੇ। ਲੱਗ ਸਕਦਾ ਸਾਡੇ, ਕਿਉਂਕਿ ਅਸੀਂ ਜਿਹੋ ਜਿਹਾ ਨੂੰ ਵੇਖਣਾ ਉਹੋ ਜਿਹੀ ਬਣਨਾ। ਸਤਿਗੁਰ ਕਹਿੰਦੇ ਇਹਨੂੰ ਸਿੱਧ ਆਸਣ ਕਹਿੰਦੇ ਆ ਭਾਈ। ਇਸ ਮੁਦਰਾ ਵਿੱਚ ਬੈਠ ਕੇ ਨੱਕ ਵੱਲ ਧਿਆਨ ਧਰ ਕੇ ਅੱਖਾਂ ਬੰਦ ਕਰ ਲੈਂਦੇ ਨੇ ਤੇ ਅੰਦਰੋਂ ਸੁਰਤ ਨਿਰੰਕਾਰ ਨਾਲ ਜੋੜਦੇ ਨੇ। ਚੌਪਈ ਦਾਈ ਪਗ ਕਰ ਧਰ ਕਰ ਬਾਵਾਂ,
ਬਾਵੇਂ ਪਰ ਕਰ ਦਹਿਨ ਟਿਕਾਵਾ। ਸੱਜੇ ਤੇ ਖੱਬਾ, ਖੱਬੇ ਤੇ ਸੱਜਾ ਪੈਰ ਰੱਖ ਕੇ ਕਿਤੇ ਟਿਕਾ ਕੇ ਬੈਠਣਾ ਹੀ ਸਿੱਧ ਆਸਣ ਨੂੰ ਨਾਮ ਦਿੱਤਾ ਏ। ਇਸ ਆਸਣ ਨੂੰ ਸਿੱਧ ਕਿਉਂ ਕਿਹਾ ਜਾਂਦਾ? ਸਿੱਧਾਂ ਕਰਕੇ ਥੋੜਾ ਕਿਹਾ ਜਾਂਦਾ ਹੈ। ਬੜਿਆਂ ਦੇ ਦਿਮਾਗ 'ਚ ਆਉਂਦਾ ਸੀ ਵੀ ਇਹ ਕਿਤੇ ਸਿੱਧਾਂ ਦਾ ਆਸਣ ਹੋਊਗਾ। ਤੁਸੀਂ ਵੀ ਸੋਚਿਆ ਹੋਣਾ ਵੀ ਜਿਹੜਾ ਸਿੱਧ ਆਸਣ ਹੈ, ਸਿੱਧ ਲਾਉਂਦੇ ਹੋਣੇ। ਸਿੱਧ ਦਾ ਭਾਵ ਹੈ ਸਿੱਧਾ, ਸਟ੍ਰੇਟ, ਬਿਲਕੁਲ ਸਿੱਧਾ, ਡਾਇਰੈਕਟ। ਜਿਹੜਾ ਸਿੱਧਾ ਹੋ ਕੇ ਬੈਠੂ ਉਹ ਸਿੱਧ ਆਸਣ ਹੈ। ਤੇ ਸਿੱਧਾ ਹੋ ਕੇ ਮੈਂ ਕਹਿੰਦਾ ਰੋਜ਼ ਅੱਧਾ ਘੰਟਾ, ਪਹਿਲਾਂ 15 ਮਿੰਟ ਤੋਂ ਸ਼ੁਰੂ ਕਰ ਲਓ ਵੀ ਮੈਂ ਆਪਣੀ ਪਿੱਠ ਸਿੱਧੀ ਕਰਕੇ ਬੈਠਣਾ ਹੈ। ਅੱਜ 15 ਮਿੰਟ ਬੈਠੋ, ਕੱਲ੍ਹ ਨੂੰ 20 ਬਹਿ ਜਾਓ, ਹੌਲੀ ਹੌਲੀ 21-22 ਮਿੰਟ ਬਹਿ ਜਾਓ। ਤੇ ਫਿਰ ਉਹ ਤੋਂ ਬਾਅਦ ਦੇਖਿਓ ਵੀ ਰੋਟੀ ਹਜਮ ਹੁੰਦੀ ਕਿ ਨਹੀਂ ਹੁੰਦੀ, ਸਰੀਰ ਤੰਦਰੁਸਤ ਹੋ ਰਿਹਾ ਜਾਂ ਨਹੀਂ ਹੋ ਰਿਹਾ। ਇਹ ਗੁਣ ਨੇ। ਭਗਤੀ ਹੁੰਦੀ ਇੱਦਾਂ ਏ। ਤੇ ਮੈਂ ਕਹਿੰਦਾ 4-4 ਘੰਟੇ ਰੱਬ ਦੇ ਪਿਆਰਿਆਂ ਨੂੰ ਬਿਨਾਂ ਪਿੱਠ ਤੋਂ, ਬਿਨਾਂ ਢੋਹ ਤੋਂ ਬਿਠਾਈ ਰੱਖੋ, ਬੈਠੇ ਰਹਿਣਗੇ, ਇੱਕ ਵਾਰ ਵੀ ਪਿੱਛੇ ਨਹੀਂ ਹੋਣਗੇ। ਕਿੱਡੀ ਵੱਡੀ ਤੰਦਰੁਸਤੀ ਹੈ। ਜਿਹਦਾ ਸਰੀਰ ਤੰਦਰੁਸਤ ਹੈ ਉਹਦਾ ਮਨ ਦਰੁਸਤ ਜ਼ਰੂਰ ਹੈ। ਕਹਿੰਦੇ ਸਿੱਧ ਆਸਣ ਦੇ ਵਿੱਚ ਸਰੀਰ ਵੀ ਸਿੱਧਾ, ਮਨ ਵੀ ਸਿੱਧਾ ਉਹ ਰੱਖਦੇ ਨੇ। ਦੋਨੋਂ ਭੁਜਾ ਕੰਡ ਕਰ ਪਾਛੇ, ਗਹੇ ਅੰਗੂਠੇ ਪੱਗ ਢਿੱਡ ਆਛੇ। ਤੇ ਕਦੇ ਕਦਾਈ ਕਹਿੰਦੇ ਸਿੱਧ ਆਸਣ ਦੇ ਵਿੱਚ ਉਹ ਸਾਧੂ ਆਪਣੇ ਹੱਥਾਂ ਦੇ ਨਾਲ ਪੈਰਾਂ ਦੇ ਅੰਗੂਠੇ ਫੜ ਲੈਂਦੇ ਆ ਜੀ, ਇੱਥੋਂ ਕਰਕੇ ਪਿੱਛੋਂ ਹੱਥ। ਕਦੇ ਨੋਟ ਕਰਿਓ ਇਹ ਮੁਦਰਾ ਸਾਧੂਆਂ ਦੀ ਹੁੰਦੀ ਆ। ਆਹ ਹੱਥ ਪਿੱਛੋਂ ਆ ਕੇ ਨਾ ਇੱਦਾਂ, ਹੁਣ ਜਿਹੜੇ ਅੰਗੂਠੇ ਪੈਰਾਂ ਦੇ ਸੱਜੇ ਖੱਬੇ ਸੀ ਹੇਠਾਂ ਦਿੱਤੇ ਹੋਏ, ਉਹਨਾਂ ਨੂੰ ਫੜਨਾ ਹੈ। ਤੇ ਜਦੋਂ ਅੰਗੂਠੇ ਖਿੱਚਣਗੇ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੀ ਅੱਡੀ ਤੱਕ ਇੱਕ ਇੱਕ ਨਸ ਖਿੱਚੀ ਜਾਣੀ ਹੈ। ਤੇ ਸਾਡੀ ਤੇ ਨਿਕਲ ਜਾਣੀ ਜਾਨ। ਪਰ ਉਹ ਇੱਥੇ ਰਿਲੈਕਸ ਬੈਠੇ ਆ, ਦੁੱਖ ਨਹੀਂ ਆ ਉਹਨਾਂ ਨੂੰ ਕੋਈ। ਕਹਿੰਦੇ ਇਹ ਹੈ ਕਸ਼ਟ ਯੋਗ। ਕਸ਼ਟ ਦਾ ਭਾਵ ਸਮਝਦੇ ਹੋ ਨਾ, ਤਸੀਹੇ ਵਾਲਾ, ਦੁੱਖ ਵਾਲਾ। ਸਿਆਣੇ ਕਹਿੰਦੇ ਆ ਕੌੜਾ ਖਾ ਲਓ, ਕੋਈ ਗੱਲ ਨਹੀਂ, ਪਰ ਮਿੱਠਾ ਰੋਗ ਹੈ। ਥੋੜਾ ਜਿਹਾ ਦੁੱਖ ਦੇ ਲਓ, ਸਰੀਰ ਨੂੰ ਤਾ ਦੇ ਲਓ, ਤੇ ਕਹਿੰਦੇ ਸਰੀਰ ਥੱਕਦਾ ਹੀ ਨਹੀਂ, ਅੱਕਦਾ ਹੀ ਨਹੀਂ, ਟੁੱਟਦਾ ਨਹੀਂ, ਬਿਮਾਰ ਨਹੀਂ ਹੁੰਦਾ। ਅੱਜ ਸੋਲ ਹੋ ਗਏ ਆ ਹਰ ਪਾਸੇ, ਧਰਮ ਦੀ ਦੁਨੀਆ 'ਚ ਸੋਲ। ਫਿਜ਼ੀਕਲ ਬੋਡੀ ਸਾਡੀ ਸੋਲ ਹੋ ਗਈ। ਇਸੇ ਕਰਕੇ ਹੁਣ ਤੇ ਜਿੰਨਾ ਕੁ ਹਿਲਾਓ ਉਹਨਾਂ ਕੁ ਹਿੱਲੀਦਾ। ਡਾਕਟਰ ਕਹਦੇ ਸੈਰ ਕਰਨੀ ਤੇ ਜਾਨ ਨਿਕਲਦੀ, ਉਹਨੇ 4 ਗੇੜੇ ਕਿਹਾ ਲਾਉਣੇ ਪੈਣੇ ਆ। ਮੈਂ ਕਹਿੰਦਾ ਤੁਸੀਂ ਗਾਰਡਨ 'ਚ ਖੜ੍ਹ ਕੇ ਵੇਖੋ ਤੇ ਸਹੀ ਲੋਕਾਂ ਦੀਆਂ ਸ਼ਕਲਾਂ। ਮਜਬੂਰੀ ਹੈ, 1 ਹੋ ਗਿਆ, 2 ਹੋ ਗਏ, 3 ਗੇੜੇ ਲੱਗ ਗਏ। ਮੈਂ ਕਹਿੰਦਾ ਗਿਣਤੀਆਂ ਨਾਲ ਸਾਰੀ ਜ਼ਿੰਦਗੀ ਗੇੜੇ ਲਾਈ ਜਾਓ, 1% ਵੀ ਫਰਕ ਨਹੀਂ ਪੈਣਾ। ਕਿਤੇ ਖਿੜੇ ਚਿਹਰੇ ਨਾਲ ਖੁਸ਼ ਹੋ ਕੇ ਘੁੰਮਣਾ ਸੀ, ਸੋਚ ਛੱਡ ਕੇ, ਚਿੰਤਾ ਛੱਡ ਕੇ। ਪਾਰਕਾਂ 'ਚ ਵੀ ਮੂੰਹ ਲਟਕੇ ਹੋਏ ਸਾਡੇ, ਗੁਰਦੁਆਰੇ ਬਹਿ ਜਾਓ ਉੱਥੇ ਵੀ ਰੋਣ ਵਾਲਾ ਮੂੰਹ ਹੁੰਦਾ ਹੈ, ਘਰੇ ਬਹਿ ਜਾਓ ਹੁੰਦਾ ਹੀ ਹੁੰਦਾ ਏ, ਕਿਸੇ ਵਿਆਹ 'ਤੇ ਚਲੇ ਜਾਓ ਉੱਥੇ ਵੀ ਉਹੀ ਜਿਹੀ ਹਾਲਤ ਹੈ। ਖੁਸ਼ ਨਹੀਂ ਹਾਂ ਅਸੀਂ। ਖੁਸ਼ ਤੇ ਤਾਂ ਹੋਈਏ ਜੇ ਸਰੀਰ ਸਹੀ ਹੋਵੇ। ਜਿਹਨੂੰ ਮਰਜ਼ੀ ਛੇੜੋ, ਬਾਜੀ ਸਰੀਰ ਰੋਗੀ ਹੈ, ਲੱਤ ਦੁਖਦੀ ਹੈ, ਬਾਂਹ ਦੁਖਦੀ ਹੈ, ਸਿਰ ਦੁਖਦਾ ਹੈ, ਬਲੱਡ ਘੱਟ ਹੈ, ਇਹ ਹੈ, ਉਹ ਹੈ, ਫਲਾਣਾ, ਬੜਾ ਕੁਝ ਹੈ ਸਾਡੇ ਸਰੀਰ ਦੇ ਵਿੱਚ। ਪਰ ਕਹਿੰਦੇ ਸਿੱਧਾਂ ਦਾ ਸਰੀਰ ਬਿਲਕੁਲ ਸਿੱਧਾ ਹੋ ਗਿਆ। ਸਿੱਧੇ ਸਰੀਰ ਦਾ ਜਿਹੜਾ ਪੇਟ ਹੈ ਉਹ ਪਿੱਠ ਨਾਲ ਲੱਗਦਾ ਹੈ। ਤੰਦਰੁਸਤੀ ਦੀ ਨਿਸ਼ਾਨੀ ਹੈ। ਤੰਦਰੁਸਤ ਬੰਦੇ ਦਾ ਢਿੱਡ ਨਹੀਂ ਹੋਏਗਾ। ਤੇ ਅਸੀਂ ਹਰੇਕ ਨੂੰ ਰੋਗੀ ਬਣਾਉਣ ਨੂੰ ਫਿਰਦੇ, ਤੇਰਾ ਢਿੱਡ ਕਿੱਥੇ ਆ? ਉਹ ਹੈ ਹੀ ਨਹੀਂ। ਅਗਲਾ ਸ਼ਰਮ ਦਾ ਮਾਰਾ ਕਹਿੰਦਾ 4 ਰੋਟੀਆਂ ਵੱਧ ਖਾਇਆ ਕਰੂੰ ਯਾਰ, ਢਿੱਡ ਵਿਖਾਉਣਾ ਹੈ। ਇਹ ਤੇ ਰੋਗ ਦੀ ਨਿਸ਼ਾਨੀ ਹੈ, ਇਹ ਤੇ ਤੋਂਦ ਹੈ। ਜਿਹਦੀ ਵੱਧ ਗਈ ਉਹਨੂੰ ਰੋਗ ਲੱਗਾ ਹੋਇਆ ਹੈ। ਕਹਿੰਦੇ ਸਿੱਧਾਂ ਦੇ, ਸਾਧੂਆਂ ਦੇ, ਰੱਬ ਦੇ ਪਿਆਰਿਆਂ ਦੇ ਪੇਟ ਸੁੱਕ ਜਾਂਦੇ ਨੇ, ਨੇੜੇ ਲੱਗ ਜਾਂਦੇ ਨੇ। ਸਰੀਰ ਤਣਿਆ ਹੁੰਦਾ ਏ, ਮਨ ਬਿਲਕੁਲ ਰੱਬ ਨਾਲ ਸਿੱਧਾ ਜੁੜ ਜਾਂਦਾ ਹੈ। ਕਿਉਂਕਿ ਖਿਆਲ ਬੰਦ ਹੋ ਗਏ। ਖਿਆਲ ਉਦੋਂ ਬੰਦ ਹੋਣਗੇ ਜਦੋਂ ਸਰੀਰ ਬਿਲਕੁਲ ਸਿੱਧੀ ਮੁਦਰਾ 'ਚ ਬੈਠਾ ਹੈ। ਤੇ ਜਿਹਦਾ ਸਰੀਰ ਰੋਗੀ ਮੁਦਰਾ ਵਿੱਚ ਹੋਵੇ, ਮਾੜਾ ਜਿਹਾ ਆਸਣ ਲਾ ਲਿਆ, ਖਿਆਲ, ਸੁਪਨੇ, ਬਿਮਾਰੀ, ਦੁੱਖ ਕੁਛ ਤੇ ਹੋਏਗਾ ਨਾ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਰਾਜਾ ਸ਼ਿਵਨਾਭ ਬੜਾ ਭਾਵੁਕ ਹੋ ਗਿਆ ਵੀ ਮੈਂ ਤੇ ਰਾਜ ਭਾਗ ਦੇ ਗੱਦਿਆਂ ਤੇ ਸੌਂਦਾ ਰਿਹਾ, ਮੇਰੇ ਤੋਂ ਇਹ ਮੁਦਰਾ ਵਿੱਚ ਕਿਵੇਂ ਬੈਠਿਆ ਜਾਏਗਾ। ਊਕੋ ਕਿਦੋ ਨਾਸਕਾ ਧਿਆਨਾ, ਕਰ ਬੈਸੀ ਪਦਮਾਸਨ ਜਾਨਾ। ਇਸੇ ਤਰ੍ਹਾਂ ਕਹਿੰਦੇ ਪਦਮਾਸਨ ਹੈ, ਪੈਰ ਉਸੇ ਤਰ੍ਹਾਂ ਹੀ ਜੋੜਨੇ ਨੇ। ਹੁਣ ਇਸ ਯੋਗੀ ਨੇ ਹੱਥ ਬਿਲਕੁਲ ਸਿੱਧੇ ਰੱਖੇ ਹੋਏ, ਜਿੱਦਾਂ ਆਪਾਂ ਆਮ ਕਈ ਵਾਰ ਵੇਖਦੇ ਆ ਨਾ, ਪਖੰਡੀਆਂ ਨੇ ਵੀ ਕਈ ਵਾਰ ਇਦਾਂ ਜੇ ਕੀਤੇ ਹੁੰਦੇ ਸਿੱਧੇ ਕਰਕੇ ਵੀ ਚੱਲ ਫੋਟੋ ਖਿੱਚਣੀ ਕੈਮਰੇ ਵਾਲੇ ਨੇ, ਇਦਾਂ ਕਰ ਲਓ। ਕਹਿੰਦੇ ਬਿਲਕੁਲ ਸਿੱਧੇ ਸਟ੍ਰੇਟ ਹੋ ਕੇ ਬੈਠਣਾ ਹੈ। ਜਾ ਤੇ ਨੱਕ ਦਾ ਧਿਆਨ ਰੱਖਣਾ ਹੈ, ਨੱਕ ਦੀ ਹੱਡੀ ਦਾ, ਤੇ ਜਾ ਭੂ ਕਹੀਏ ਧਰਤੀ ਦਾ। ਹੁਣ ਜਦੋਂ ਸਾਡਾ ਧਿਆਨ ਥੱਲੇ ਹੈ,
ਸੱਚੀ ਦੱਸਿਓ ਜੀ, ਆਪਾਂ ਜਦੋਂ ਥੱਲੇ ਵੇਖਦੇ ਹਾਂ ਸਾਨੂੰ ਆਲੇ ਦੁਆਲੇ ਦਿਸਦਾ ਨਾ ਕੌਣ ਆਉਂਦਾ ਕੌਣ ਜਾਂਦਾ, ਇੱਧਰੋਂ ਦਿਸਦਾ ਹੈ। ਇੱਧਰ ਵੇਖ ਲਓ, ਇੱਧਰ ਵੀ ਦਿਸੀ ਜਾਂਦਾ। ਐਨਕ ਵਾਲਾ ਬੰਦਾ ਹੋਰ ਬੇਈਮਾਨ ਹੁੰਦਾ, ਉਹ ਮੂੰਹ ਸਾਹਮਣੇ ਹੁੰਦਾ ਦੇਖੀ ਇੱਧਰ ਉੱਧਰ ਜਾਂਦਾ ਹੈ। ਇਹ ਵੀ ਤਾਂ ਕਲਪਨਾ ਹੈ, ਨੋਟ ਕਰਿਓ ਕਦੇ। ਜਿੰਨੇ ਐਨਕ ਵਾਲੇ ਬੰਦੇ ਹੋਣਗੇ ਨਾ, ਅੱਖ ਮੂੰਹ ਥੱਲੇ ਹੋਊ, ਉੱਪਰ ਦੀ ਝਾਕਣਗੇ। ਕਪਟੀ ਮਨ ਕਿੱਡਾ ਹੋਣਾ ਉਹਨਾਂ ਦਾ, ਜਿਹੜੇ ਇੱਦਾਂ ਦੇਖਦੇ ਆ, ਇੱਦਾਂ ਆਲੇ ਦੁਆਲੇ ਤੱਕਣਾ ਹੈ। ਕਹਿੰਦੇ ਫਕੀਰ ਨਹੀਂ ਵੇਖਦਾ, ਜੇ ਉਹਦੀ ਨਜ਼ਰ ਮੰਨ ਲਓ ਸਾਹਮਣੇ ਉਹ ਪਾਈਪ ਪਿਆ ਉਹਦੇ ਤੇ ਆ ਨਾ, ਉਹਦਾ ਇੱਧਰ ਉੱਧਰ ਧਿਆਨ ਨਹੀਂ ਆ ਵੀ ਇੱਥੋਂ ਕੌਣ ਲੰਘਿਆ ਕੌਣ ਬੈਠਾ, ਕਿਉਂਕਿ ਇਕਾਗਰ ਚਿੱਤ ਹੈ। ਹੌਲੀ ਹੌਲੀ ਉਹ ਧਿਆਨ ਉਸ ਮੁਦਰਾ ਵਿੱਚ ਚਲਿਆ ਜਾਂਦਾ ਹੈ ਜਿੱਥੇ ਆਨੰਦ ਵਰਤਦਾ ਏ। ਅੰਗ ਪੰਚਮੋ ਪ੍ਰਾਣਾਯਾਮ ਪੂਰਕ ਕੁੰਭਕ ਰੇਚਕ ਨਾਮ। ਇਹ ਤੇ 2 ਆਸਣ ਸੀ, ਕਹਿੰਦੇ ਹੁਣ 5ਵਾਂ ਦੱਸ ਦਈਏ, ਉਹਨੂੰ ਕਹਿੰਦੇ ਪ੍ਰਾਣਾਯਾਮ। ਇਹਨੂੰ ਬੜੇ ਧਿਆਨ ਨਾਲ ਸੁਣਿਓ। ਅੱਜ ਨਾ ਸਾਡੇ ਸਿੱਖਾਂ ਦੇ ਵਿੱਚ ਇੱਕ ਭੇਡ ਚੱਲਦੀ ਹੈ, ਆਹ ਸਿਮਰਨ ਕਰਾਉਂਦੇ, ਸਿਮਰਨ ਮਾੜਾ ਨਹੀਂ ਹੈ, ਪਰ ਜਿੱਦਣ ਤੁਹਾਡੇ ਸਿਮਰਨ ਦੇ ਵਿੱਚ ਪ੍ਰਾਣਾਯਾਮ ਆ ਗਿਆ ਨਾ, ਨਾ ਤੁਸੀਂ ਗੁਰੂ ਜੋਗੇ ਰਹਿਣਾ, ਨਾ ਤੁਸੀਂ ਸਿੱਧਾਂ ਜੋਗੇ ਰਹਿਣਾ। ਧਿਆਨ ਰੱਖਿਓ। ਪੁਰਾਤਨ ਮਹਾਂਪੁਰਖਾਂ ਦਾ ਜੀਵਨ ਪੜ੍ਹ ਕੇ ਵੇਖ ਲਓ, ਜਿੰਨੇ ਹੋਏ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਪ੍ਰਾਣਾਯਾਮ ਨਹੀਂ ਕੀਤਾ। ਪ੍ਰਾਣਾਯਾਮ ਕੀ ਹੈ? ਉਹਦਾ ਜ਼ਿਕਰ ਕਰਦੇ ਆ ਬਾਣੀ ਵਿੱਚ, ਬੜੀ ਥਾਂ ਤੁਹਾਨੂੰ ਮਿਲੇਗਾ ਰੇਚਕ ਕੁੰਭਕ ਕਰਮਾਤਾ। ਇਹ ਕੀ ਹੈ? ਇਹ ਫਿਰ ਇੱਕ ਚੀਜ਼ ਹੋਰ ਪੜ੍ਹੋਗੇ, ਈੜਾ ਪਿੰਗਲਾ ਸੁਖਮਨਾ ਨਾਰੀ, ਸੁਣਿਆ ਹੋਊਗਾ ਕਦੇ ਨਾ ਕਦੇ। ਸਹਿਜ ਪਾਠ ਪੜ੍ਹਦੇ ਹੋ, ਅਖੰਡ ਪਾਠ ਸਾਹਿਬ ਤੇ ਸੁਣਦੇ ਹੋ, ਆਮ ਤੌਰ ਤੇ ਸ਼ਬਦ ਆਉਂਦੇ ਆ, ਪਰ ਇਹਨਾਂ ਬਾਰੇ ਪਤਾ ਵੀ ਤੇ ਹੋਣਾ ਚਾਹੀਦਾ। ਹੁਣ ਇਹ ਕੋਈ ਬਾਣੀ ਤੋਂ ਬਾਹਰ ਤੇ ਚੀਜ਼ਾਂ ਹੈ ਨਹੀਂ। ਸਤਿਗੁਰ ਕਹਿੰਦੇ ਪ੍ਰਾਣਾਯਾਮ ਯੋਗੀ ਸਾਧੂ ਕਰਦੇ ਹਨ। ਬਾਹਰ ਤੇ ਮਨ ਸੁਰਤ ਟਿਕਾਵੇ ਦਹਨੇ ਸੁਰਤੇ ਪ੍ਰਾਣ ਚੜਾਵੇ। ਕਹਿੰਦੇ ਬਾਹਰੋਂ ਆਪਣੀ ਸੁਰਤ ਨੂੰ ਅੰਤਰ ਧਿਆਨ ਕਰ ਲੈਂਦੇ ਆ ਇਸੇ ਮੁਦਰਾ 'ਚ, ਪਦਮਾਸਣ ਤੇ ਸਿੱਧਾਸਣ 'ਚ ਬਹਿ ਕੇ। ਕਹਿੰਦੇ ਬਾਹਰੋਂ ਧਿਆਨ ਕਿਵੇਂ ਹਟਿਆ? ਅੱਖਾਂ ਬੰਦ ਹੋਈਆਂ, ਸੁਭਾਵਿਕ ਤੌਰ ਤੇ ਆ ਖਿਆਲ ਬਾਹਰੋਂ ਘਟ ਜਾਏਗਾ, ਪਰ ਸਾਡੀਆਂ ਤੇ ਅੱਖਾਂ ਬੰਦ ਵੀ ਵੱਧ ਦੇਖਦੀਆਂ ਨੇ। ਅੱਖਾਂ ਬੰਦ ਹੁੰਦੀਆਂ, ਸਾਡੇ ਕੰਨ ਕੰਮ ਕਰਨ ਲੱਗ ਜਾਂਦੇ ਵੀ ਇਹ ਪੈਰਾਂ ਦੀ ਆਵਾਜ਼ ਕਿਹਦੀ ਹੈ, ਗੱਡੀ ਕਿਹਦੀ ਗਈ ਬਾਹਰ, ਕਿੱਥੇ ਸਾਡੀ ਭਗਤੀ ਹੋਊਗੀ। ਪਰ ਕਹਿੰਦੇ ਯੋਗੀ ਸਾਧੂ ਰੱਬ ਦੇ ਪਿਆਰੇ, ਉਹ ਫਿਰ ਆਪਣੀ ਦਾਣੇ ਕਹੀਏ ਸੱਜੀ ਨੱਕ ਨਾਲ ਸਾਹ ਖਿੱਚਦੇ ਆ, ਸੱਜੇ ਨੱਕ ਨਾਲ ਖਿੱਚ ਕੇ ਉਹਨੂੰ ਰੋਕ ਲੈਂਦੇ ਆ। ਜਿਵੇਂ ਅੱਜ ਕੱਲ੍ਹ ਆਪਾਂ ਕਰਦੇ ਨਾ, ਵਾਹੇ ਗੁਰੂ। ਇਹ ਕਿਹੜੀ ਮੁਦਰਾ ਹੈ? ਇਹਨੂੰ ਕਹਿੰਦੇ ਰੇਚਕ ਕੁੰਭਕ ਕਰਮਾਤਾ, ਪੂਰਕ ਰੇਚਕ ਕੁੰਭਕ। ਪਰ ਜਦ ਤੱਕ ਇਹਦੀ ਸਮਝ ਨਹੀਂ ਹੈ, ਉਦੋਂ ਤੱਕ ਇਹਦਾ ਰਸ ਨਹੀਂ ਹੈ, ਆਨੰਦ ਨਹੀਂ ਹੈ। ਹੁਣ ਇਹਨੂੰ ਕਰਨਾ ਕਿਵੇਂ ਹੈ, ਉਹ ਦੱਸ ਰਹੇ ਆ ਗੁਰੂ ਸਾਹਿਬ। ਕਹਿੰਦੇ ਰਾਜਾ ਸ਼ਿਵ ਨਭ ਹੈਰਾਨ ਸਤਿਗੁਰਾਂ ਵੱਲ ਵੇਖ ਕੇ। ਉਹ ਗੁਰੂ ਬਾਬਾ ਜੀ ਹਰ ਧਰਮ ਬਾਰੇ ਜਾਣਦੇ ਆ, ਹਰ ਮੁਦਰਾ ਬਾਰੇ ਜਾਣਦੇ ਆ, ਇਹ ਤੇ ਵੱਡ ਸਮਰੱਥ ਸਤਿਗੁਰੂ ਨੇ। ਮਰਦ ਕਹਿੰਦੇ ਜਦੋਂ ਚੌਂਕੜਾ ਲੱਗਿਆ ਨਾ, ਇੱਕ ਸਾਹ ਅੰਦਰ ਖਿੱਚਣਾ ਹੈ, ਉਸ ਸਵਾਸ ਨੂੰ ਲੰਮੇ ਦੌਰ ਲਈ ਰੋਕਣਾ ਏ। ਹੈਂਚਤ ਦਵਾਦਸ਼ ਮਤ ਹੈ ਜੋਏ ਓੰਕਾਰ ਜਪੈ ਤਬ ਸੋਏ। ਹੁਣ ਸੱਜੇ ਨੱਕ ਨਾਲ ਸਾਹ ਖਿੱਚਿਆ, ਯੋਗੀ ਸਾਧੂ ਨੇ ਆਪਣੀ ਜ਼ੁਬਾਨ ਤੋਂ ਆਖਿਆ ਓਮ, ਉੱਚੀ ਆਵਾਜ਼। ਵੇਖਿਆ ਹੋਣਾ ਜੋਗੀਆਂ ਨੇ। ਪਰ ਜਿਹੜੇ ਸਿੱਖ ਨਾਲ ਸਿੱਖੀ ਨਾਲ ਜੁੜੇ ਆ, ਕਹਿੰਦੇ ਉਹ ਰੱਬ ਦੇ ਪਿਆਰੇ ਕੀ ਬੋਲਦੇ ਆ? ਓੰਕਾਰ। ਓੰਕਾਰ 24 ਮਾਤਰਾ ਦਾ ਹੈ, ਜਿਹਦੇ ਚੋਂ 12 ਮਾਤਰਾ ਸਾਹ ਖਿੱਚ ਕੇ ਬੋਲੀਆਂ। ਥੋੜਾ ਜਿਹਾ ਗਹਿਰਾ ਵਿਸ਼ਾ, ਮੈਨੂੰ ਹੋਰ ਈਜ਼ੀ ਕਰਦੇ ਆ, ਹੋਰ ਸੌਖਾ ਕਰਦੇ ਆ, ਕਿਉਂਕਿ ਬੇਸ਼ੱਕ ਸਾਥੋਂ ਇਹ ਨਾ ਹੋਵੇ ਅਲੱਗ ਗੱਲ ਹੈ, ਪਰ ਸਹਿਜ ਪਾਠ ਕਰਦੇ ਆ, ਬਾਣੀ ਪੜ੍ਹਦੇ ਆ, ਗੁਰਬਾਣੀ ਸੁਣਦੇ ਆ, ਪਤਾ ਹੋਣਾ ਚਾਹੀਦਾ ਹੈ। ਜੇ ਇਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਨਹੀਂ ਤੇ ਤੁਸੀਂ ਕਿੱਦਾਂ ਗੁਰਬਾਣੀ ਦੇ ਅਰਥਾਂ ਨੂੰ ਸਮਝ ਲਓਗੇ, ਕਿਵੇਂ ਆਪਣੀ ਅਵਸਥਾ ਜੋੜ ਲਓਗੇ, ਕਿਵੇਂ ਸੁਖੀ ਹੋ ਜਾਓਗੇ? ਨੌਲੇਜ ਹਰ ਚੀਜ਼ ਦੀ ਹੋਣੀ ਚਾਹੀਦੀ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ ਓੰਕਾਰ ਉੱਚੀ ਧੁਨ ਵਿੱਚ, ਮਿੱਠੀ ਆਵਾਜ਼ ਵਿੱਚ, ਰਸਨਾ ਤੋਂ ਗੂੰਜਣਾ ਏ। ਚਿੱਤੇ ਪ੍ਰਾਣ ਅੰਤਰ ਠਹਿਰਾਵੇ ਕੁੰਭਕ ਤੇ ਤੋ ਨਾਮ ਕਹਾਵੇ। ਹੁਣ ਜਿਹੜੇ ਪ੍ਰਾਣ ਖਿੱਚੇ, ਸਾਹਾਂ ਨੂੰ ਅੰਦਰ ਸਟੇਬਲ ਕੀਤਾ, ਧੁਨੀ ਤੱਕ ਲਿਆ ਕੇ ਰੋਕ ਲਿਆ, ਮਧਮਾ ਪਰਾ ਪਸੰਤੀ ਬੈਖਰੀ, ਇਹ 4 ਬਾਣੀਆਂ, ਇਹਨਾਂ ਨੂੰ ਕਦੇ ਫੇਰ ਵਿਚਾਰਾਂਗੇ। ਉਹ ਸਵਾਸ ਆਏ, ਕਹਿੰਦੇ ਸਾਡੇ ਸਾਰਿਆਂ ਦਾ ਸਾਹ ਧੁਨੀ ਤੇ ਆ ਕੇ ਰੁਕਦਾ ਜੀ, ਇੱਥੇ ਹੀ ਖੁੱਲ੍ਹਦਾ। ਕਹਿੰਦੇ ਜਦੋਂ ਸਵਾਸ ਰੁਕਿਆ, ਉਹਨੂੰ ਕਹਿੰਦੇ ਪੂਰਕ।
ਰੇਚਕ, ਇਹਨਾਂ ਤਿੰਨਾਂ ਦਾ ਜ਼ਿਕਰ ਹੈ। ਜਦੋਂ ਕਹਿੰਦੇ ਇਹਨੂੰ ਜਿੰਨਾ ਕੁ ਲੰਬਾ ਕੋਈ ਖਿੱਚ ਸਕਦਾ, ਕਿਸੇ ਨੇ 1 ਮਿੰਟ ਦਾ ਖਿੱਚਿਆ, ਕਿਸੇ ਨੇ 30 ਸੈਕਿੰਡ ਦਾ ਖਿੱਚਿਆ, ਰੋਕ ਕੇ ਰੱਖਣਾ। ਆ ਹੁਣ ਪਿੱਛੇ ਜੇ ਕਰੋਨਾ ਕਾਲ ਚੱਲਿਆ ਸੀ, ਮੀਟਰ ਤੇ ਆਉਂਦੇ ਸੀ ਨਾ ਡਿਜੀਟਲ, ਦੇਖਦੇ ਆ ਵੀ 30 ਸੈਕਿੰਡ ਸਾਹ ਕਿਹੜਾ ਰੁਕਦਾ ਹੈ। ਮੈਂ ਕਹਿੰਦਾ ਪ੍ਰਾਣ ਨਿਕਲਣ ਵਾਲੇ ਹੋ ਜਾਂਦੇ ਸੀ ਵੀ ਯਾਰ ਅੱਗੇ ਲੱਗਦਾ ਹੀ ਨਹੀਂ, ਇਹ ਖਤਮ ਹੀ ਨਹੀਂ ਹੁੰਦੀ ਵੀਡੀਓ। ਪਰ ਲੰਬਾ ਰੁਕਣਾ, ਕਹਿੰਦੇ ਉਹ ਇੱਕ ਅਵਸਥਾ ਹੈ ਜਦੋਂ ਧੁੰਨੀ ਕੋਲ ਜਾ ਕੇ ਸਵਾਸ ਰੁਕੇ, ਲਈ ਆਕਸੀਜਨ ਲਈ ਹੋਈ ਸਾਹ ਅਣੂਆਂ ਵਿੱਚ ਬਿਖਰ ਕੇ ਕਾਰਬਨ ਬਣ ਗਈ, ਪਰ ਉਹ ਸਾਹ ਲੈਣ ਦੇ ਨਾਲ ਰੱਬ ਦਾ ਨਾਮ ਜਪਿਆ ਸੀ, ਵਾਹਿਗੁਰੂ ਵਾਹਿਗੁਰੂ ਕਿਹਾ ਕਿਸੇ ਨੇ, ਓਅੰਕਾਰ 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 ਆਖਿਆ। ਅਸੀਂ ਕਦੇ ਇੱਕ ਓਅੰਕਾਰ ਦਾ ਜਾਪ ਕੀਤਾ ਹੈ? ਕਦੇ ਵੀ ਨਹੀਂ ਕਰਿਆ। ਮੈਂ ਕਹਿੰਦਾ ਜਿਹੜੇ ਮਰਜ਼ੀ ਸਿੱਖ ਨੂੰ ਪੁੱਛੋ, ਕਹਿੰਦਾ ਜੀ ਮੈਂ ਸਤਨਾਮ ਵਾਹਿਗੁਰੂ ਜਪਦਾ। ਵੀ ਭਾਈ ਫਿਰ ਇੱਕ ਓਅੰਕਾਰ ਕੌਣ ਜਪੂਗਾ? ਉਹ ਵੀ ਕਦੇ ਜਪ ਲਿਆ ਕਰ। ਕਦੇ ਇਕੱਲੇ ਬੈਠੇ ਹੋ, ਤੁਰਦੇ ਫਿਰਦੇ ਹੋ, ਪਿਆਰ ਦੀ ਰਸਨਾ ਤੋਂ ਜਪਿਆ ਕਰੋ, ਇੱਕ ਓਅੰਕਾਰ, ਇੱਕ ਓਅੰਕਾਰ। ਇਹ ਨਹੀਂ ਕੋਈ ਜਪ ਰਿਹਾ, ਪਰ ਇਸੇ ਨਹੀਂ ਕੰਮ ਕਰਨਾ ਹੈ, ਇਸੇ ਦੀ ਖੇਡ ਹੈ। ਇੱਕ ਤੂੰ ਹੈ ਓਅੰਕਾਰ ਪਰਮਾਤਮਾ ਜੋ ਸਾਰੀ ਦੁਨੀਆ 'ਚ ਵਿਆਪਕ ਹੈ। ਇਹ ਤੇ ਸਿੱਧੀ ਆਵਾਜ਼ ਹੈ ਰੱਬ ਨੂੰ, ਵੀ ਭੀੜ ਪੈ ਗਈ ਰੱਬਾ ਮੇਰਿਆ ਤੂੰ ਆ ਜਾ। ਜਦੋਂ ਉਹਨੂੰ ਸਿੱਧੀ ਆਵਾਜ਼ ਵੱਜ ਗਈ ਤੇ ਉਹ ਆਊਗਾ ਨਾ। ਹੁਣ ਕਿਸੇ ਤੁਸੀਂ ਮੰਤਰੀ ਨੂੰ ਮਿਲਣ ਚੱਲੇ ਹੋ, ਕਦੇ ਪੀਏ ਦੀ ਸਿਫਾਰਿਸ਼, ਕਦੇ ਕਿਸੇ ਦੀ ਸਿਫਾਰਿਸ਼, ਹੋ ਕਈ ਵਾਰ ਜਵਾਬ ਵੀ ਦੇ ਦਿੰਦਾ ਹੈ। ਤੇ ਇੱਕ ਬੰਦੇ ਦੀ ਇੰਨੀ ਜ਼ਰੂਰਤ ਹੈ, ਉਹ ਸਿੱਧਾ ਮਿਲਣ ਵਾਸਤੇ ਆਇਆ ਤੇ ਮਿਲਿਆ ਵੀ ਹੈ। ਤੇ ਜਿਹਨੇ ਇੱਕ ਓਅੰਕਾਰ ਸਿੱਧਾ ਉਸ ਪਰਮਾਤਮਾ ਨੂੰ ਜਪਣਾ ਹੈ, ਕਹਿੰਦੇ ਉਹਨੂੰ ਪਰਮਾਤਮਾ ਮਿਲਦਾ ਵੀ ਹੈ। ਸਤਿਗੁਰ ਕਹਿੰਦੇ ਇਹ ਅਵਸਥਾ ਹੈ ਪ੍ਰਾਣਾਯਾਮ ਦੀ। ਸਾਧੂ ਕਰਦੇ ਆ, ਸਿੱਖ ਮੱਤ 'ਚ ਵੀ ਕੀਤਾ ਕਈਆਂ ਨੇ, ਅੱਜ ਵੀ ਕਰਦੇ ਆ, ਪਰ ਕਹਿੰਦੇ ਇਹਦੇ ਨਾਲ ਪਰਮੇਸ਼ਰ ਤਾਂ ਨਹੀਂ ਮਿਲਦਾ, ਪਰ ਪਰਮੇਸ਼ਰ ਦੇ ਨੇੜੇ ਹੋਣ ਦਾ ਅਹਿਸਾਸ ਮਿਲਦਾ ਹੈ। ਵੀ ਉਹਦੇ ਨੇੜੇ ਹੋਣ ਦਾ ਅਹਿਸਾਸ ਵੀ ਤੇ ਬੜਾ ਸੁਖਮਈ ਹੋਏਗਾ ਨਾ, ਆਨੰਦਮਈ ਹੋਵੇਗਾ। 24 ਮਾਤਰਾ ਓੰਕਾਰ ਜਾਪ ਕਰੇ ਤੇ ਸਮੈ ਉਚਾਰਾ। ਹੁਣ ਜਿਸ ਵੇਲੇ ਕਹਿੰਦੇ ਸਾਹ ਖਿੱਚਿਆ ਸੀ ਉਦੋਂ ਵੀ ਓਅੰਕਾਰ ਜਪਿਆ, ਜਦੋਂ ਸਾਹ ਰੋਕਿਆ ਉਦੋਂ ਵੀ ਓਅੰਕਾਰ ਓਅੰਕਾਰ ਵਾਹਿਗੁਰੂ ਵਾਹਿਗੁਰੂ। ਉੱਥੇ ਸਾਹ ਰੋਕਣ ਤੋਂ ਬਾਅਦ ਜਪਿਆ ਨਹੀਂ ਜਾਂਦਾ, ਬੜਾ ਔਖਾ ਲੱਗਦਾ ਸਾਨੂੰ, ਕਿਉਂਕਿ ਸਾਡੀ ਅਵਸਥਾ ਨਹੀਂ ਹੈ। ਕਹਿੰਦੇ ਫਿਰ 12 ਮਾਤਰਾ ਅੰਦਰ ਪੜੀਆਂ ਓਅੰਕਾਰ ਦੀਆਂ, ਟੋਟਲ 24 ਹੋ ਗਈਆਂ। ਫਿਰ ਵਾਹਿਗੁਰੂ ਵਾਹਿਗੁਰੂ ਓਅੰਕਾਰ ਕਹਿੰਦੇ ਆ, ਸਵਾਸਾਂ ਨੂੰ ਛੱਡਿਆ ਏ। ਭਾਵੇਂ ਸੁਰਸੋ ਕਰੈ ਉਤਾਰਾ ਦਵਾਦਸ਼ ਮਾਤਰਾ ਜਪ ਓੰਕਾਰ। ਫਿਰ ਕਹਿੰਦੇ ਆਪਣੀ ਖੱਬੇ ਨੱਕ ਨਾਲ ਸਾਹ ਕੱਢਿਆ, ਸੱਜੇ ਨਾਲ ਲਿਆ ਸੀ ਨਾ, ਅੰਦਰ ਰੁਕਿਆ ਬਿਲਕੁਲ ਸਿੱਧਾ ਸਰੀਰ। ਤੇ ਫਿਰ ਜਦੋਂ ਸਾਹ ਛੱਡਿਆ, ਕਹਿੰਦੇ ਉਹ ਸਾਹ ਗਰਮ ਨਹੀਂ ਸੀ। ਅਸੀਂ ਤੇ ਸਾਹ ਲੈਂਦੇ ਹਾਂ 2 ਸੈਕਿੰਡ ਬਾਅਦ ਅੱਗ ਨਿਕਲਦੀ ਅੰਦਰੋਂ ਕਾਰਬਨ ਨਿਰੀ, ਪਰ ਜਿਨ੍ਹਾਂ ਨੇ ਬੰਦਗੀ ਨਾਲ ਉਹਨੂੰ ਰੋਕਿਆ ਸੀ, ਜਪਿਆ ਸੀ ਨਾ, ਕਹਿੰਦੇ ਉਹ ਸਾਹ ਖਿੱਚਣ ਤੇ ਛੱਡਣ ਵਿੱਚ ਜਿਹੜਾ ਸਕੂਨ ਸੀ, ਰੱਬ ਦੇ ਕੋਲ ਬਹਿਣ ਦਾ ਅਹਿਸਾਸ ਸੀ। ਤੇ ਇਸੇ ਕਰਕੇ ਸਾਧੂ ਸਾਰਾ ਦਿਨ ਬੈਠੇ ਰਹਿੰਦੇ। ਉਹ ਕਹਿੰਦੇ ਕੰਮ ਕਾਰ ਕਰੋ ਆਪਣਾ, ਪਰਾਂ ਜਾਓ ਬਾਈ ਸਾਨੂੰ ਨਾਮ ਜਪਣ ਦਿਓ। ਕਹਿੰਦੇ ਇਹ ਅਵਸਥਾ ਨੂੰ ਕਿਹਾ ਜਾਂਦਾ ਰੇਚਕ, ਕੁੰਭਕ, ਪੂਰਕ। ਇਹ ਤਿੰਨੇ ਹੀ ਨੇ, ਪਰ ਤਿੰਨੇ ਜੁੜੀਆਂ ਇੱਕੋ ਚੀਜ਼ ਨਾਲ ਨੇ। ਪਰ ਕਹਿੰਦੇ ਸਾਹ ਜੇ ਸੱਜੇ ਨੱਕ ਨਾਲ ਲਿਆ ਤੇ ਛੱਡਣਾ ਖੱਬੇ ਨਾਲ ਹੈ। ਮੈਂ ਕਹਿੰਦਾ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਸਾਹ ਕਿਹੜੇ ਨੱਕ ਨਾਲ ਆਉਂਦਾ ਤੇ ਕਿਹੜੇ ਨਾਲ ਛੱਡੀਦਾ। ਹੁਣ ਨਾ ਚੈੱਕ ਕਰਿਓ, ਘਰੇ ਜਾ ਕੇ ਵੇਖਿਓ, ਬੜੇ ਬਹਿ ਕੇ ਉਂਗਲਾਂ 'ਚ ਲਾ ਕੇ ਵੇਖਦੇ ਵੀ ਇੱਧਰੋਂ ਆਉਂਦਾ ਕਿੱਧਰੋਂ ਆਉਂਦਾ ਹੈ। ਸੱਜੇ ਨਾਲ ਕੋਈ ਲੈਂਦਾ ਹੈ, ਕੋਈ ਖੱਬੇ ਨਾਲ ਲੈ ਰਿਹਾ, ਇਹ 'ਚ ਫਰਕ ਹੈ। ਸੱਜੇ ਸੁਰ ਦੁਆਰਾ ਸਾਹ ਲੈਣ ਵਾਲੇ ਬੰਦੇ ਨੂੰ ਰੋਗ ਘੱਟ ਨੇ, ਤੇ ਖੱਬੇ ਨੱਕ ਨਾਲ ਸਾਹ ਲੈਣ ਵਾਲਾ ਬੰਦਾ ਜ਼ਿਆਦਾਤਰ ਬੈੱਡ 'ਤੇ ਹੀ ਰਹਿੰਦਾ ਹੈ, ਰੋਗੀ ਰਹਿੰਦਾ ਹੈ। ਕਿਉਂਕਿ ਪਰਮੇਸ਼ਵਰ ਨੇ ਚੀਜ਼ਾਂ ਬੜੀਆਂ ਗਹਿਰੀਆਂ ਬਣਾਈਆਂ ਨੇ, ਜੋ ਬ੍ਰਹਿਮੰਡ 'ਚ ਦੇਖਦੇ ਹੋ ਨਾ, ਚੰਦ ਤਾਰੇ ਸੂਰਜ ਸਾਡੇ ਅੰਦਰ ਸਾਰਾ ਕੁਝ ਹੈ। ਮਰਦ ਕਹਿੰਦੇ ਪ੍ਰਾਣਾਯਾਮ ਦੇ ਵਿੱਚ ਜਦੋਂ ਓਅੰਕਾਰ ਓਅੰਕਾਰ ਪਿਆਰ ਵਿੱਚ ਭਿੱਜ ਕੇ ਜਪਿਆ, ਉਹੀ ਧੁਨ ਸੁਣਾਈ ਦਿੰਦੀ ਹੈ। ਰੇਚਕ ਜਾਂ ਕੋ ਨਾਮ ਕਹੀਜੈ ਸਨੈ ਸਨੈ ਜੋ ਛੋੜਨ ਕੀਜੈ। ਹੌਲੀ ਹੌਲੀ ਸਾਹ ਛੱਡਣ ਨੂੰ ਕਹਿੰਦੇ ਆ ਰੇਚਕ, ਅੰਦਰ ਰੋਕਣਾ ਕੁੰਭਕ, ਸਾਹ ਲੈਣਾ ਪੂਰਕ। ਪੂਰਕ ਮਤਲਬ ਪੂਰਨ ਅੰਦਰ ਭਰ ਲੈਣਾ। ਇਹ ਅਵਸਥਾਵਾਂ ਯੋਗੀਆਂ ਦੀਆਂ ਬਹੁਤ ਵੱਡੀਆਂ ਨੇ, ਪਰ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਬੜੀ ਥਾਂ ਤੇ ਲਿਖਿਆ ਰੇਚਕ ਕੁੰਭਕ ਕਰ ਮਾਤਾ। ਕਹਿੰਦੇ ਪਿਆਰਿਆ ਸਿੱਖਾ, ਤੈਨੂੰ ਇਹਨਾਂ 'ਚ ਪੈਣ ਦੀ ਲੋੜ ਨਹੀਂ, ਇਹ ਤੇਰੇ ਮੁਤਾਬਕ ਚੱਲਣਗੇ, ਤੂੰ ਇਹਨਾਂ ਦੇ ਮੁਤਾਬਕ ਨਹੀਂ ਚੱਲਣਾ। ਮਰਜ਼ ਦੱਸਦੇ ਆ ਕਸ ਯੋਗ, ਕਹਿੰਦੇ ਸਾਹ ਖਿੱਚਿਆ ਯੋਗੀਆਂ ਨੇ,
ਇੱਕ ਘੰਟਾ ਸਾਹ ਨਹੀਂ ਲਾਉਂਦੇ, ਤੇ ਜਦੋਂ ਛੱਡਿਆ ਰਿਲੈਕਸ ਹੋ ਕੇ ਤੇ ਸਰੀਰ ਅੰਦਰਾਂ ਖਿੱਚੀਆਂ ਗਈਆਂ, ਅੰਦਰ ਢਿੱਡ ਦਿਸਦਾ ਹੀ ਨਹੀਂ ਕਿਤੇ। ਤੇ ਆਪਾਂ ਮੈਂ ਕਹਿੰਦਾ ਉਹ ਗੇਟ ਤੱਕ ਭੱਜਣਾ ਪੈ ਜੇ ਨਾ, ਸਾਹ ਨਹੀਂ ਰਲਦਾ, ਖੋ ਸਤਨਾਮ, ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਨੱਕ ਤੋਂ ਆਉਂਦਾ ਤੇ ਕਿਹੜੇ ਚੋਂ ਨਿਕਲਦਾ ਹੈ। ਹੌਂਕਦੇ ਹੋਵਾਂਗੇ ਮੱਝਾਂ ਵਾਂਗੂ, ਪਸ਼ੂਆਂ ਵਾਂਗੂ। ਇੰਨਾ ਰੋਗ ਲੱਗਾ ਹੋਇਆ, ਇੰਨੀਆਂ ਬਿਮਾਰੀਆਂ ਨੇ। ਪਰ ਕਹਿੰਦੇ ਜਦੋਂ ਰੱਬ ਦਾ ਪਿਆਰਾ ਜਦੋਂ ਨਾਮ ਜਪਦਾ, ਸਰੀਰ ਤੇ ਆਪੇ ਸਵਸਥ ਹੋ ਗਿਆ। ਜਦੋਂ ਇਸ ਮੁਦਰਾ 'ਚ ਬੈਠਾ ਹੈ, ਸਾਵਧਾਨ ਬੈਠਾ ਹੈ, ਬਿਲਕੁਲ ਸਿਰ ਤੋਂ ਲੈ ਕੇ ਪੈਰਾਂ ਤੱਕ 90 ਡਿਗਰੀ ਦਾ ਕੋਨ ਬਣ ਗਿਆ। ਤੇ ਫਿਰ ਹਾਈ ਬੀਪੀ, ਹਾਈਪਰਟੈਂਸ਼ਨ ਕਿੱਥੋਂ ਹੋ ਜਾਊਗਾ? ਸ਼ੂਗਰ ਕਿੱਥੇ ਖੜ ਜਾਊਗੀ? ਉੱਥੇ ਥਾਇਰਾਇਡ ਕਿੱਥੋਂ ਹੋ ਜਾਊਗਾ? ਡਾਈਜੈਸ਼ਨ 'ਚ ਪ੍ਰੋਬਲਮ ਕਿੱਥੋਂ ਆ ਜਾਊਗੀ? ਕਦੇ ਕਿਸੇ ਯੋਗੀ ਨੂੰ ਵੇਖਿਆ ਬਿਮਾਰ? ਰੋਟੀ ਨਾ ਪਚਦੀ ਹੋਵੇ, ਬੁਖਾਰ ਚੜ੍ਹਦਾ ਹੋਵੇ, ਗੱਲ ਤੇ ਐਲਰਜੀ ਹੁੰਦੀ ਹੋਵੇ, ਇਨਫੈਕਸ਼ਨ ਹੁੰਦਾ ਹੋਵੇ। ਇਹ ਸਾਨੂੰ ਹੈ, ਕਿਉਂਕਿ ਨਾ ਸਾਡੇ ਆਸਣ ਦਾ ਸਮਾਂ, ਨਾ ਸਾਡੇ ਸੌਣ ਦਾ ਤਰੀਕਾ ਵਧੀਆ, ਨਾ ਸਾਡੇ ਖਾਣ ਦਾ ਤਰੀਕਾ ਵਧੀਆ। ਤੁਰਦੇ ਫਿਰਦੇ ਰੋਟੀ ਖਾ ਲੈਂਦੇ ਹਾਂ, ਤੁਰਦੇ ਫਿਰਦੇ ਚਾਹ ਪੀ ਲਈਦੀ ਹੈ। ਪਰ ਮਰਦ ਕਹਿੰਦੇ ਨਹੀਂ, ਜੇ ਖਾਣਾ ਵੀ ਖਾਣਾ ਤੇ ਐਡੀ ਇਕਾਗਰਤਾ ਨਾਲ ਖਾ, ਸ਼ੁਕਰਾਨਾ ਕਰਕੇ। ਭਾਵੇਂ ਰੋਟੀ ਸੁੱਕੀ ਹੈ, ਉਹਨੂੰ ਚਬਾ ਕੇ ਖਾ, ਉਹਦਾ ਸ਼ੁਕਰ ਕਰਕੇ ਸੱਚੇ ਪਾਤਸ਼ਾਹ ਇਹ ਤੇਰੀ ਦਾਤ ਹੈ। ਬੜਿਆਂ ਨੂੰ ਜ਼ਿੰਦਗੀ 'ਚ ਇਹ ਵੀ ਨਸੀਬ ਨਹੀਂ ਹੁੰਦੀ। ਆਖੋ ਸਤਨਾਮ। ਜਿੱਦਣ ਉਹਦਾ ਸ਼ੁਕਰ ਕਰਕੇ ਇੱਕ ਰੋਟੀ ਖਾਏਗਾ ਨਾ, ਤੇਰੇ ਉਹ ਇੱਕ ਫੁਲਕਾ ਤੈਨੂੰ ਕੋਈ ਮਲਟੀ ਵਿਟਾਮਿਨ ਲੈਣ ਦੀ ਲੋੜ ਨਹੀਂ, ਉਹ ਵਰਕ ਕਰੇਗਾ। ਅਸੀਂ ਤੇ ਰੋਟੀਆਂ ਨਾਲ 4-4 ਗੋਲੀਆਂ ਖਾਂਦੇ ਆ, ਨਾ ਰੋਟੀ ਦਾ ਅਸਰ ਨਾ ਗੋਲੀ ਦਾ ਅਸਰ। ਐਡਾ ਜ਼ਹਿਰ ਅੰਦਰ ਸਾਡੇ। ਸਾਹਿਬ ਕਹਿੰਦੇ ਜਦੋਂ ਕੋਈ ਰੱਬ ਦਾ ਪਿਆਰਾ ਇਸ ਅਵਸਥਾ ਵਿੱਚ ਬੈਠਦਾ, ਮੁਦਰਾ ਵਿੱਚ ਬੈਠਦਾ ਏ, ਇਹ ਆਸਣ ਜੀਵਨ ਲਈ ਸੁਖਦਾਈ ਨੇ। ਤੈਸੇ ਹੀ ਬਾਏਂ ਤੇ ਦਾਏਂ ਤੇ ਬਾਏਂ ਸੋ ਚੜਾਏ। ਕਹਿੰਦੇ ਫਿਰ ਉਹ ਯੋਗੀਆਂ ਨੇ ਇੰਨਾ ਸਰੀਰ ਸਾਧਿਆ, ਜੇ ਸੱਜੇ ਨੱਕ ਨਾਲ ਸਾਹ ਖਿੱਚਿਆ, ਖੱਬੇ ਨਾਲ ਛੱਡਿਆ। ਕਹਿੰਦੇ ਹੁਣ ਖੱਬੇ ਨਾਲ ਖਿੱਚ ਕੇ ਸੱਜੇ ਤੋਂ ਛੱਡਿਆ। ਆਹ ਲੋਮ ਬਲੋਮ ਜੇ ਵਾਲੇ ਤਾਂ ਕਰੀ ਜਾਂਦੇ ਆ ਬੜਾ ਮੋਟਾ, ਉਹ ਵੀ ਨੱਕ ਨੁੱਕ ਜਾ ਬੰਦ ਕਰਕੇ, ਵੀ ਇੱਧਰੋਂ ਬੰਦ ਕਰਾਂਗੇ ਤਾਂ ਇੱਧਰੋਂ ਚੜੂਗਾ। ਪਰ ਰੱਬ ਦੇ ਪਿਆਰਿਆਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਸਿੱਖੋ, ਇਹ ਹੈ ਕਸ਼ਟ ਯੋਗ, ਤੁਸੀਂ ਨਹੀਂ ਇਹ ਕਰਨਾ। ਤੁਸੀਂ ਸਿਰਫ ਓੰਕਾਰ ਓੰਕਾਰ ਜਪਣਾ। ਬਾਣੀ ਲਿਖਦੀ ਹੈ ਨਾ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਇਹ ਸਾਰਾ ਹੀ ਇਹ 'ਚ ਲਿਖਿਆ ਹੋਇਆ। 52 ਅੱਖਰੀ ਦੀ ਬਾਣੀ ਪੜ੍ਹੀਏ, ਕਿਸੇ ਯੋਗ ਕਰਮ ਕਾਂਡ ਕਰਨ ਦੀ ਲੋੜ ਕੋਈ ਨਹੀਂ। ਸਿੱਧ ਗੋਸ਼ਟ ਪੜ੍ਹਦੀ ਹੈ, ਪੜ੍ਹੀਆਂ ਕਦੇ ਜੀ? ਸਾਡੇ ਕੋਲ ਤੇ ਦੋ ਹੀ ਹੈ, ਜਪਜੀ ਸਾਹਿਬ, ਸੁਖਮਨੀ ਸਾਹਿਬ। ਜਪਜੀ ਸਾਹਿਬ, ਸੁਖਮਨੀ ਸਾਹਿਬ। ਜਿਵੇਂ ਮਰਜ਼ ਨੇ ਕੋਈ ਹੋਰ ਬਾਣੀ ਲਿਖੀ ਹੋ ਨਹੀਂ, ਜਾਂ ਚੌਪਈ ਸਾਹਿਬ। ਸਿੱਧ ਗੋਸ਼ਟ ਪੜ੍ਹਿਆ ਕਰੋ। 52 ਅੱਖਰੀ ਦਾ ਜਾਪ ਹਰ ਭੈਣ ਨੂੰ, ਹਰ ਔਰਤ ਨੂੰ ਡੇਲੀ ਕਰਨਾ ਚਾਹੀਦਾ ਹੈ। ਸਿਰਫ 15 ਮਿੰਟਾਂ ਦਾ ਪਾਠ ਹੈ 52 ਅੱਖਰੀ। ਕਰਕੇ ਵੇਖਿਓ, 15-20 ਦਿਨਾਂ ਮਹੀਨੇ ਬਾਅਦ ਦੱਸਿਓ ਵੀ ਜ਼ਿੰਦਗੀ 'ਚ ਚੇਂਜ ਕੀ ਆਇਆ ਹੈ, ਭਗਤੀ 'ਚ ਮਨ ਕਿੰਨਾ ਲੱਗਦਾ ਹੈ, ਘਰ ਦੇ ਕੰਮ ਕਿੰਨੇ ਚੰਗੇ ਲੱਗਣ ਲੱਗ ਗਏ, ਖੁਸ਼ ਰਹਿਣ ਲੱਗ ਗਏ ਹੋ। ਸੋ ਸਮਾਂ ਸਮਾਪਤ ਹੈ ਜੀ। ਬੜੀਆਂ ਸੋਹਣੀਆਂ ਗੱਲਾਂ ਮੇਰੇ ਸਤਿਗੁਰ ਦੱਸਦੇ ਆ। ਇਹ ਸਾਡੇ ਜੀਵਨ ਦਾ ਬੇਸਿਕ ਸਿਧਾਂਤ ਹੈ। ਜਿੱਦਣ ਮਰਜ਼ ਦੀ ਕਿਰਪਾ ਹੋ ਗਈ ਨਾ, ਅਸੀਂ ਬੜੇ ਸੁਖੀ ਹੋ ਜਾਵਾਂਗੇ। ਤੇ ਜਿਹੜਾ ਇੱਥੇ ਸੁਖੀ, ਉੱਥੇ ਵੀ ਸੁਖੀ। ਇਹ ਲੋਕ ਸੁਖੀ ਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਜਿਨ੍ਹਾਂ ਨੂੰ ਆਪ ਮਿਲਾਉਂਦਾ ਇੱਥੇ ਵੀ ਸੁਖੀ ਤੇ ਉੱਥੇ ਵੀ ਸੁਖੀ ਹੁੰਦਾ ਹੈ।